ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 9 ਤੇ ਹੇਠੋਂ 2 4 6 8 ਲਾਈਨ ਛੱਡ ਕੇ 2 ਨੰਬਰ ਤੋਂ ਬਾਅਦ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ। ਸਭ ਸਤ ਸਾਰੇ ਸਤ ਸਭ ਤਪ ਸਾਰੇ ਤਪ ਸਭ ਚੰਗਿਆਈਆਂ ਅਤੇ ਸਾਰੀਆਂ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਅਤੇ ਸਿੱਧ ਪੁਰਸ਼ ਜਿਹੜੇ ਹੋਏ ਨੇ, ਸਿੱਧ ਪੁਰਸ਼ ਉਹਨਾਂ ਨੂੰ ਕਹਿੰਦੇ ਨੇ ਜਿਨ੍ਹਾਂ ਨੂੰ ਕੋਈ ਸਿੱਧੀ ਪ੍ਰਾਪਤ ਹੋ ਜਾਏ, ਉਹਨਾਂ ਦੀਆਂ ਵਡਿਆਈਆਂ। ਹੇ ਪਰਮਾਤਮਾ, ਇਹ ਜਿਹੜੇ ਸਤ ਹੈ, ਸੱਤਵਾਦੀ ਜੀਵਨ ਜਿਉਣਾ ਹੈ, ਤਪ ਕਰਨੇ ਨੇ, ਮਨੁੱਖ ਦੀ ਚੰਗਿਆਈਆਂ ਨੇ, ਸਿੱਧਾਂ ਪੁਰਖਾਂ ਦੀ ਵਡਿਆਈਆਂ ਹੋ ਰਹੀਆਂ ਨੇ, ਇਹ ਤਾਂ ਸਾਰੀ ਤੇਰੀ ਕਿਰਪਾ ਨਾਲ ਹੋ ਰਹੀਆਂ ਨੇ। ਕਿਉਂਕਿ ਤੁਧ ਬਿਨ ਸਿੱਧੀ ਕਿਨੇ ਨਾ ਪਾਈਆ। ਇੱਥੇ ਸਿੱਧੀ ਇੱਕ ਵਚਨ ਹੈ, ਇਹ ਬਹੁਵਚਨ ਨਹੀਂ ਹੈ। ਤੁਧ ਬਿਨ ਸਿੱਧੀ ਕਿਨੇ ਨਾ ਪਾਈਆ ਇੱਕ ਵਚਨ ਹੋਣ ਕਰਕੇ ਫਿਰ ਪਾਈਆ ਬੋਲਿਆ ਜਾਏਗਾ। ਤੁਸੀਂ ਕਹੋਗੇ ਵੀ ਕੀ ਸਬੂਤ ਹੈ ਵੀ ਇੱਕ ਵਚਨ ਹੈ? ਇੱਕ ਪੜ੍ਹਦਾ ਤੁਧ ਬਿਨ ਸਿੱਧੀ ਕਿਨੇ ਨਾ ਪਾਈਆਂ। ਪਹਿਲੀ ਗੱਲ ਤਾਂ ਕਿ ਸਿੱਧੀ ਇੱਕ ਵਚਨ ਹੈ। ਜੇ ਪਾਈਆਂ ਪੜ੍ਹਨਾ ਤਾਂ ਫਿਰ ਪੜ੍ਹਨਾ ਪਏਗਾ ਸਿੱਧੀ। ਤੁਧ ਬਿਨ ਸਿੱਧੀ ਕਿਨੇ ਨਾ ਪਾਈਆਂ, ਪਰ ਅੱਗੇ ਫਿਰ ਇਹ ਕਰਮ ਮਿਲੈ। ਜੇ ਸਿੱਧੀ ਬਹੁਵਚਨ ਹੁੰਦੀ ਫਿਰ ਅੱਗੇ ਹੋਣਾ ਸੀ ਕਰਮ ਮਿਲੈ ਨਾਹੀ ਠਾਕ ਰਹਾਈਆਂ। ਫਿਰ ਮਿਲੈ ਸ਼ਬਦ ਹੋਣਾ ਚਾਹੀਦਾ ਸੀ। ਮੰਮੇ ਨੂੰ ਸਿਆਰੀ, ਲੱਲਾ ਹਾਹੇ ਨੂੰ ਸਿਆਰੀ, ਪਰ ਇਹ ਹੈ ਮਿਲੈ। ਇਹ ਇੱਕ ਵਚਨ। ਮਿਲੈ ਇੱਕ ਵਚਨ ਹੁੰਦਾ ਹੈ, ਮਿਲੈ ਬਹੁਵਚਨ ਹੁੰਦਾ ਹੈ। ਇਸ ਕਰਕੇ ਇੱਥੇ ਸਿੱਧੀ ਇੱਕ ਵਚਨ ਹੈ। ਇੱਕ ਵਚਨ ਹੋਣ ਕਰਕੇ ਅੱਗੇ ਕਿਰਿਆ ਵੀ ਜਿਹੜੀ ਫਿਰ ਇੱਕ ਵਚਨ ਹੈ, ਇਸ ਲਈ ਪਾਈਆ। ਤੁਧ ਬਿਨ ਸਿੱਧੀ ਕਿਨੇ ਨਾ ਪਾਈਆ। ਹੇ ਪਰਮਾਤਮਾ, ਤੇਰੀ ਕਿਰਪਾ ਤੋਂ ਬਿਨਾਂ ਕਿਸੇ ਨੂੰ ਅੱਜ ਤੱਕ ਸਿੱਧੀ ਪ੍ਰਾਪਤ ਨਹੀਂ ਹੋਈ। ਆਪਾਂ ਭਜਨ ਬੰਦਗੀ ਕਰਦੇ ਹਾਂ, ਪਰ ਸਿੱਧੀ ਤਾਂ ਹੀ ਪ੍ਰਾਪਤ ਹੈ ਜੇ ਪਰਮਾਤਮਾ ਦੀ ਕਿਰਪਾ ਹੋਏਗੀ ਤਾਂ। ਉਹਦੀ ਕਿਰਪਾ ਤੋਂ ਬਿਨਾਂ ਚਾਹੇ ਸਾਰੀ ਉਮਰ ਭਜਨ ਬੰਦਗੀ ਕਰ ਲਓ, ਕੋਈ ਸਿੱਧੀ ਪ੍ਰਾਪਤ ਨਹੀਂ ਹੁੰਦੀ। ਨਾ ਕੋਈ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ, ਨਾ ਕੋਈ ਅੰਤਰਯਾਮਤਾ ਪ੍ਰਾਪਤ ਹੁੰਦੀ ਹੈ। ਸੋ ਇਹ ਉਹਦੀ ਕਿਰਪਾ ਹੁੰਦੀ ਹੈ। ਸੋ ਜਿਹੜੇ ਸੱਤਿਆਵਾਦੀ ਜੀਵਨ ਜਿਉਣ ਵਾਲੇ ਲੋਕ ਨੇ, ਸੱਤ ਨੇ, ਉਹ ਤਪ ਸਾਰੀਆਂ ਚੰਗਿਆਈਆਂ ਇਹ ਪ੍ਰੰਤ ਤੇਰੀ ਕਿਰਪਾ ਨਾਲ ਨੇ। ਸਿੱਧਾਂ ਪੁਰਖਾਂ ਨੂੰ ਜਿਹੜੀਆਂ ਵਡਿਆਈਆਂ ਮਿਲੀਆਂ ਹੋਈਆਂ ਹਨ, ਇਹ ਵੀ ਤੇਰੀ ਕਿਰਪਾ ਨਾਲ ਨੇ। ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਿਉਂਕਿ ਤੇਰੇ ਤੋਂ ਬਿਨਾਂ ਸਿੱਧੀ ਕਿਸੇ ਨੂੰ ਮਿਲਦੀ ਹੀ ਨਹੀਂ। ਤੇਰੀ ਕਿਰਪਾ ਹੋਏਗੀ ਤਾਂ ਮਿਲੇਗੀ। ਕਰਮ ਮਿਲੇ, ਕਰਮ ਦੀ ਬਖਸ਼ਿਸ਼। ਜੇ ਤੇਰੀ ਬਖਸ਼ਿਸ਼ ਨਾਲ ਕਿਸੇ ਨੂੰ ਸਿੱਧੀ ਮਿਲ ਜਾਵੇ ਨਾ ਹੀ ਠਾਕ ਰਹਾਈਆ, ਉਹਨੂੰ ਕੋਈ ਰੋਕ ਨਹੀਂ ਸਕਦਾ। ਠਾਕ ਹੁੰਦਾ ਰੋਕਣਾ, ਰਹਾਈਆ ਹੁੰਦਾ ਰੱਖਣਾ, ਉਹਨੂੰ ਕੋਈ ਰੋਕ ਕੇ ਨਹੀਂ ਰੱਖ ਸਕਦਾ। ਪਰਮਾਤਮਾ ਦੀ ਜਿਹੜੀ ਬਖਸ਼ਿਸ਼ ਹੈ ਉਸ ਨੂੰ ਕੋਈ ਨਹੀਂ ਰੋਕ ਸਕਦਾ। ਜੇ ਪਰਮਾਤਮਾ ਨੇ ਕਿਸੇ 'ਤੇ ਬਖਸ਼ਿਸ਼ ਕਰਨੀ ਹੈ, ਬਸ ਉਹਨੇ ਕਰ ਦੇਣੀ ਹੈ। ਕਿਉਂਕਿ ਰੋਕ ਤਾਂ ਅਸੀਂ ਮਾੜੇ ਨੂੰ ਸਕਦੇ ਹਾਂ, ਆਪਣੇ ਤੋਂ ਤਕੜੇ ਨੂੰ ਨਹੀਂ ਰੋਕ ਸਕਦੇ। ਪਰਮਾਤਮਾ ਤਕੜਾ ਹੈ, ਉਹ ਕੋਈ ਕਿਸੇ ਨੂੰ ਚੀਜ਼ ਦੇ ਰਿਹਾ ਹੈ, ਅਸੀਂ ਉਹਨੂੰ ਰੋਕ ਨਹੀਂ ਸਕਦੇ। ਕਰਮ ਮਿਲੈ ਨਾਹੀ ਠਾਕ ਰਹਾਈਆ। ਪਰਮਾਤਮਾ ਦੀ ਬਖਸ਼ਿਸ਼ ਨਾਲ ਜਿਹਨੂੰ ਸਿੱਧੀ ਮਿਲ ਜਾਂਦੀ ਹੈ, ਉਹ ਕੋਈ ਰੋਕ ਨਹੀਂ ਸਕਦਾ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਤੱਤੇ ਨੂੰ ਪਿਆਰੀ ਬਿੰਦੇ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇ, ਹੁਣ ਤੂੰ ਆ ਗਿਆ, ਜਦੋਂ ਤੂੰ ਆ ਜੇ, ਮੈਂ ਆ ਜੇ, ਹੋਂ ਆ ਜੇ, ਤਾਂ ਅੱਗੇ ਜਿਹੜੀ ਕਿਰਿਆ ਹੁੰਦੀ ਹੈ ਉਹ ਨੱਕ ਰਾਹੀਂ ਬੋਲੀ ਜਾਂਦੀ ਹੈ। ਇਸ ਲਈ ਦੇਹ ਨੂੰ ਕੀ ਪੜਾਂਗੇ? ਦੇਹ।
ਦੇ ਮੈਂ ਦਾ ਮਤਲਬ ਦਿੰਦਾ ਹੈ, ਦੇ ਦਿੰਦਾ ਹੈ। ਜਿਸ ਤੂੰ ਦੇ ਤਿਸੈ ਕਿਆ ਚਾਰਾ, ਚਾਰਾ ਹੁੰਦਾ ਜ਼ੋਰ। ਹੇ ਪ੍ਰਮਾਤਮਾ ਨਾਨਕ ਸੱਚ ਸਵਾਰਨਹਾਰ। ਕਹਿੰਦੇ ਸਿਫਤੀ ਭਰੇ ਤੇਰੇ ਭੰਡਾਰਾ। ਹੇ ਪ੍ਰਮਾਤਮਾ ਤੇਰੇ ਭੰਡਾਰੇ ਸਿਫਤਾਂ ਨਾਲ ਭਰੇ ਹੋਏ ਹਨ। ਹੁਣ ਜੇ ਕੋਈ ਤੇਰੀ ਸਿਫਤ ਕਰਦਾ ਆਖਣ ਵਾਲਾ, ਕਿਆ ਵਿਚਾਰਾ, ਉਹ ਵਿਚਾਰਾ ਕਿੰਨੀ ਕੁ ਤੇਰੀ ਸਿਫਤ ਕਰ ਲਏਗਾ। ਇਹ ਤਾਂ ਭੰਡਾਰੇ ਭਰੇ ਪਏ ਨੇ। ਅਸੀਂ ਪਰਮਾਤਮਾ ਦੀ ਸਾਰੀ ਸਿਫਤ ਨਹੀਂ ਕਰ ਸਕਦੇ, ਕਿਉਂਕਿ ਉਹ ਆਪ ਬੇਅੰਤ ਹੋਣ ਕਰਕੇ ਉਹਦੇ ਗੁਣ ਬੇਅੰਤ ਨੇ। ਹਿੰਦੂ ਧਰਮ ਅਨੁਸਾਰ ਵਿਸ਼ਨੂੰ ਮਹਾਰਾਜ ਦੀ ਸੇਜਾ ਹੈਗੀ ਸ਼ੇਸ਼ਨਾਗ। ਕਹਿੰਦੇ ਸ਼ੇਸ਼ਨਾਗ ਜਦੋਂ ਦੇ ਵਿਸ਼ਨੂੰ ਮਹਾਰਾਜ ਦੀ ਸੇਜਾ ਬਣਿਆ ਹੋਇਆ ਹੈ, ਉਦੋਂ ਤੋਂ ਹੀ ਵਿਸ਼ਨੂੰ ਮਹਾਰਾਜ ਦੇ ਗੁਣ ਗਾ ਰਿਹਾ ਹੈ, ਪਰ ਅਜੇ ਤੱਕ ਉਹ ਗੁਣ ਮੁੱਕੇ ਨਹੀਂ। ਭਾਵ ਪਰਮਾਤਮਾ ਦੇ ਗੁਣ ਬੇਅੰਤ ਹਨ, ਉਹਦੀਆਂ ਸਿਫਤਾਂ ਦੇ ਭੰਡਾਰੇ ਭਰੇ ਹੋਏ ਹਨ। ਜਿਹੜਾ ਕੋਈ ਕਹਿ ਵੀ ਰਿਹਾ, ਸਿਫਤਾਂ ਕਰ ਰਿਹਾ, ਉਹ ਵਿਚਾਰਾ ਕਿੰਨੀ ਕਰ ਲਏਗਾ। ਜਿਸ ਤੂੰ ਦੇ ਤਿਸੈ ਕਿਆ ਚਾਰਾ, ਅਤੇ ਜਿਸ ਨੂੰ ਤੂੰ ਆਪਣੀ ਸਿਫਤ ਦੀ ਦਾਤ ਦੇ ਦੇਵੇਂ, ਤਿਸੈ ਕਿਆ ਚਾਰਾ, ਚਾਰਾ ਹੁੰਦਾ ਜ਼ੋਰ। ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ। ਜੇ ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਇਹ ਵੀ ਉਹਦੀ ਦਿੱਤੀ ਹੋਈ ਦਾਤ ਹੈ, ਉਹਦੀ ਦਿੱਤੀ ਹੋਈ ਦਾਤ ਹੈ। ਇਸ ਲਈ ਸਿੱਖ ਨੂੰ ਕਿਹਾ ਕਿ ਤੂੰ ਭਾਈ ਸ਼ੁਕਰਾਨਾ ਕਰਨਾ, ਜੋ ਵੀ ਤੈਨੂੰ ਮਿਲਿਆ ਹੋਇਆ ਉਹਦਾ ਤੂੰ ਸ਼ੁਕਰਾਨਾ ਕਰਨਾ। ਇਹ ਨਹੀਂ ਕਹਿਣਾ ਮੈਂ ਆਪਣੇ ਯਤਨਾਂ ਨਾਲ ਕੀਤਾ ਹੈ। ਯਤਨ ਉਹ ਕਰਵਾਉਂਦਾ ਹੈ, ਸੋਚ ਵੀ ਉਹੀ ਦਿੰਦਾ ਹੈ, ਗੁਣ ਵੀ ਉਹੀ ਦਿੰਦਾ ਹੈ। ਇਹ ਨਹੀਂ ਕਹਿਣਾ ਕਿ ਮੈਂ ਆਪਣੇ ਗੁਣਾਂ ਕਰਨੇ ਕਰ ਲਿਆ ਹੈ, ਨਹੀਂ, ਗੁਣ ਵੀ ਤਾਂ ਪਰਮਾਤਮਾ ਹੀ ਦਿੰਦਾ ਹੈ। ਸੋ ਉਹਦੇ ਦਿੱਤੇ ਗੁਣ ਨੇ। ਇਸ ਲਈ ਫਿਰ ਜਦੋਂ ਆਪਾਂ ਨੂੰ ਕੋਈ ਚੀਜ਼ ਦੇਵੇ, ਆਪਾਂ ਉਹਦਾ ਧੰਨਵਾਦ ਕਰਦੇ, ਥੈਂਕ ਯੂ ਸਰ, ਥੈਂਕ ਯੂ ਮੈਡਮ, ਜੋ ਵੀ ਹੈ ਆਪਣਾ ਧੰਨਵਾਦ ਕਰਦੇ ਹਾਂ। ਇਸ ਲਈ ਸਿੱਖ ਨੇ ਧੰਨਵਾਦ 'ਚ ਜ਼ਿੰਦਗੀ ਜਿਉਣੀ ਹੈ। ਫਿਰ ਗੁਰਬਾਣੀ ਕਹਿੰਦੇ ਉਸ 'ਤੇ ਚੌਗਣ ਕਰੇ ਨਿਹਾਲ। ਜੇ ਆਪਾਂ ਸ਼ੁਕਰਾਨੇ 'ਚ ਜ਼ਿੰਦਗੀ ਜਿਵਾਂਗੇ, ਸੱਚੇ ਪਾਤਸ਼ਾਹ ਤੇਰੀ ਬੜੀ ਕਿਰਪਾ। ਮੁਕਾਬਲਾ ਕਰੀਦਾ ਹੇਠਾਂ ਹਮੇਸ਼ਾ। ਜੇ ਸੰਤੁਸ਼ਟ ਰਹਿਣਾ ਤਾਂ ਹੇਠ ਵਾਲਾ ਹੇਠਾਂ ਵੇਖਣਾ ਚਾਹੀਦਾ ਹੈ। ਸੱਚੇ ਪਾਤਸ਼ਾਹ ਤੇਰੀ ਬੜੀ ਕਿਰਪਾ ਹੈ, ਤੂੰ ਰਹਿਣ ਨੂੰ ਘੱਟ ਤੋਂ ਘੱਟ ਕੱਚਾ ਘਰ ਤਾਂ ਦੇ ਦਿੱਤਾ। ਬੜੇ ਨੇ ਜਿਨ੍ਹਾਂ ਕੋਲ ਝੌਂਪੜੀ ਵੀ ਨਹੀਂ ਹੈ, ਝੌਂਪੜੀ ਮਿਲ ਗਿਆ। ਸੱਚੇ ਪਾਤਸ਼ਾਹ ਤੇਰੀ ਬੜੀ ਕਿਰਪਾ ਹੈ, ਮੀਂਹ ਹਨੇਰੀ ਤੋਂ ਬਚਾ ਲਈ ਝੌਂਪੜੀ ਦਿੱਤੀ ਹੈ। ਕਿੰਨੇ ਲੋਕ ਨੇ ਜਿਨ੍ਹਾਂ ਕੋਲ ਝੌਂਪੜੀ ਵੀ ਨਹੀਂ ਹੈ। ਸੱਚੇ ਪਾਤਸ਼ਾਹ ਤੇਰੀ ਬੜੀ ਕਿਰਪਾ, ਤੂੰ ਦੋ ਬਾਹਾਂ ਦੋ ਲੱਤਾਂ ਦਿੱਤੀਆਂ। ਕਿੰਨੇ ਹੀ ਲੋਕ ਨੇ ਜਿਨ੍ਹਾਂ ਦੀ ਦੋ ਪੂਰੀਆਂ ਦੋ ਬਾਹਾਂ ਦੋ ਲੱਤਾਂ ਵੀ ਨਹੀਂ ਹੈਗੀਆਂ। ਇਸ ਲਈ ਸ਼ੁਕਰਾਨਾ ਕਰਨਾ, ਜੋ ਮਿਲਿਆ ਹੈ ਉਸ ਲਈ ਸ਼ੁਕਰਾਨਾ ਕਰਨਾ, ਹੋਰ ਲਈ ਆਪਣਾ ਯਤਨ ਕਰਦੇ ਰਹਿਣਾ, ਬੇਨਤੀ ਕਰਦੇ ਰਹਿਣਾ ਹੈ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਜਿਸ ਤੂੰ ਦੇ ਤਿਸੈ ਕਿਆ ਚਾਰਾ। ਆਪਣੀ ਸਿਫਤ ਦੀ ਦਾਤ ਜਿਸ ਨੂੰ ਤੂੰ ਦਿੰਦਾ ਹੈ, ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਨਾਨਕ ਸੱਚ ਸਵਾਰਨਹਾਰ। ਪਰਮਾਤਮਾ ਸੱਚ ਹੈ, ਭਾ ਪਰਮਾਤਮਾ। ਪਰਮਾਤਮਾ ਜੀਵਾਂ ਨੂੰ ਸਵਾਰਨ ਵਾਲਾ ਹੈ। ਜੇ ਕਿਸੇ ਦੀ ਜ਼ਿੰਦਗੀ ਵਧੀਆ ਹੈ, ਸੰਵਰੀ ਹੋਈ ਹੈ, ਤਾਂ ਪਰਮਾਤਮਾ ਦੀ ਕਿਰਪਾ ਹੈ। ਉਹਨੇ ਅੰਦਰ ਗੁਣ ਦਿੱਤੇ, ਜੀਵਨ ਸਵਾਰ ਦਿੱਤਾ, ਸੋਝੀ ਦਿੱਤੀ। ਹੁਣ ਮੈਂ ਕਈ ਵਾਰੀ ਕਹਿੰਦਾ ਹੁਣ ਕਿ ਮੰਨ ਲਓ ਮਜ਼ਦੂਰ ਦੀ 500 ਮਜ਼ਦੂਰੀ ਹੈ, ਉਹ ਸ਼ਰਾਬ ਪੀਂਦਾ, ਉਹਦੀ ਮਜ਼ਦੂਰੀ 600 ਕਰ ਦਿੱਤਾ, ਭੁੱਖਾ ਨੰਗੇ ਰਹੂਗਾ। ਇਹ ਨਹੀਂ ਕਿ ਮੇਰੀ 100 ਰੁਪਇਆ ਵੱਧ ਗਈ ਅਤੇ ਉਹਨੂੰ ਬਚਾ ਲੈਣਾ, ਉਹਨੇ ਉਨੀ ਵੱਧ ਪੀ ਲੈਣੀ ਹੈ, ਉਹਨੂੰ ਉਨੀ ਵੱਧ ਪੀ ਲੈਣੀ। 800 ਮਜ਼ਦੂਰੀ ਹੋ ਗਈ, ਹੋ ਸਕਦਾ ਫਿਰ ਅੰਗਰੇਜ਼ੀ ਪੀਣ ਲੱਗ ਜਾਏ। ਉਹਨੇ ਇਹ ਨਹੀਂ ਹੈ ਜਿੰਨੀ ਮਰਜ਼ੀ ਵਧਾਈ ਜਾਓ। ਜਿਹੜੇ ਬੇਵਕੂਫ ਲੋਕ ਹੁੰਦੇ ਨੇ ਉਹ ਭੁੱਖੇ ਨੰਗੇ ਰਹਿੰਦੇ ਨੇ, ਜੋ ਮਰਜ਼ੀ ਪੇ ਕਰੋ। ਸਰਕਾਰ ਨੇ 1-1 ਲੱਖ ਰੁਪਇਆ ਜੱਟਾਂ ਦਾ ਪਿੱਛੇ ਮਾਫ ਕਰਤਾ ਸੀ। ਇੱਕ ਜੱਟ ਨੇ ਪਾਰਟੀ ਕੀਤੀ, ਦੋਸਤ ਮਿੱਤਰ ਕਹਿੰਦੇ ਕਾਹਦੀ ਪਾਰਟੀ ਕਰ ਰਹੇ? ਕਹਿੰਦਾ ਸਰਕਾਰ ਨੇ 1 ਲੱਖ ਮਾਫ ਕਰਦਾ, ਆਪਾਂ ਹੁਣ ਪੀਵਾਂਗੇ। ਲੈ ਉਹ ਪਲਾ ਪਲੂ ਕੇ ਸਾਰਾ ਲੱਖ ਉਜਾੜਤਾ, ਦੇ ਲਓ ਜੀ ਇਹਨਾਂ ਨੂੰ।
ਇਸ ਲਈ ਜਿਹੜੇ ਮੂਰਖ ਨੇ ਜੋ ਮਰਜ਼ੀ ਕਰੀ ਜਾਓ। ਲੈ ਮੈਂ ਦਾਅਵੇ ਨਾਲ ਹੁਣ ਕਹਿੰਦਾ, ਸਰਕਾਰ ਕਣਕ 2500 ਰੁਪਏ ਨੂੰ ਕਰ ਦੇ ਅਗਲੇ ਸਾਲ। ਜਿਹਨੇ ਸ਼ਰਾਬ ਪੀਣੀ ਹੈ ਉਹਨੂੰ ਹੋਰ ਵੱਧ ਪੀਣੀ ਹੈ। ਵਿਆਹ ਲਿਓ। ਮੈਂ ਜੋ ਟੀਚਰ ਲੱਗਾ, ਮੈਂ 40 ਰੁਪਏ ਮਹੀਨਾ ਭੇਜਣ, ਕੋਈ 112 ਰੁਪਏ ਉਹਦੀ ਤਨਖਾਹ ਹੁੰਦੀ ਸੀ ਮੇਰੀ। 40 ਰੁਪਏ ਦਾ ਮਨੀ ਆਰਡਰ ਕਰ ਭੇਜਣਾ। 3 ਮਹੀਨੇ ਬਾਅਦ ਮੈਂ ਘਰ ਮਿਲਣਾ, ਦੂਰ ਲੱਗਾ ਸੀ ਨਾ। ਮੇਰੀ ਮਾਂ ਨੇ ਮੈਨੂੰ ਆਰਡਰ ਸੱਦੇ, ਕਹਿੰਦੇ ਕਾਕਾ ਇਹਨਾਂ ਨੂੰ ਕੋਈ ਪੈਸਾ ਨਹੀਂ ਭੇਜਣਾ। ਮੈਂ ਕਿਉਂ? ਕਹਿੰਦੀ ਉਹ ਮਾਸਟਰ ਦਾ ਮਨੀ ਆਰਡਰ ਹੈ, ਲਿਓ ਬੋਤਲ। ਇਹ ਤਾਂ ਕਾਕਾ ਤੇਰੇ ਪੈਸੇ ਸ਼ਰਾਬ ਪੀ ਜਾਂਦੇ ਨੇ, ਤੂੰ ਉੱਥੇ ਔਖਾ ਹੋ ਕੇ ਜੋੜਦਾ ਹੋਏਗਾ, ਇਹ ਸ਼ਰਾਬ ਪੀ ਜਾਂਦੇ ਨੇ, ਕੋਈ ਬਹਾਨੇ ਨੇ ਕੁਛ ਨਹੀਂ ਭੇਜਣਾ। ਮੁੜ ਕੇ ਨਹੀਂ ਮੈਂ ਧੇਲਾ ਭੇਜੇ। ਉਹ ਤੂੰ ਹੁਣ ਭੇਜਦਾ ਨਹੀਂ। ਮੈਂ ਯਾਰ ਮੈਂ ਅੱਗੇ ਪੜ੍ਹਨ ਲੱਗ ਪਿਆ, ਕਿਤਾਬਾਂ ਖਰੀਦੋ, ਟਿਊਸ਼ਨ ਕਰੋ, ਇਹ ਕਰੋ, ਉਹ ਕਰੋ, ਚਲ ਪਿਆ ਟੁੱਟ ਗਿਆ। ਹਾਂਜੀ ਮੈਂ ਦੇਖਿਆ ਜਿੰਨੀ ਆਮਦਨ ਵੱਧ ਪੀਣੇ ਉਨੀ ਵੱਧ ਪੀ ਲੈਣੀ। ਫਿਰ ਫਾਇਦਾ ਕਿਆ? ਇਹਨਾਂ ਤਾਂ ਭੁੱਖੇ ਨੰਗੀ ਰਹਿਣਾ। ਸ਼ਰਾਬਾਂ ਪੀਣ ਵਾਲੇ ਨਸ਼ਈ ਲੋਕ ਕਦੇ ਅਮੀਰ ਨਹੀਂ ਹੋਇਆ ਕਰਦੇ। ਸੋਝੀ ਨਹੀਂ ਹੈ। ਹੁਣ ਜਿਹਨੂੰ ਪਰਮਾਤਮਾ ਸਿਫਤ ਸਲਾਹ ਦੀ ਸੋਝੀ ਦਿੰਦਾ, ਜਿਸ ਤੋਂ ਦੇ ਤਿਸੇ ਕੇ ਚਾਰ, ਉੱਥੇ ਕਿਹਦਾ ਜ਼ੋਰ ਨਹੀਂ ਚੱਲਦਾ। ਨਾਨਕ ਸੱਚ ਸਵਾਰਨਾ, ਪਰਮਾਤਮਾ ਹੀ ਮਨੁੱਖ ਦੇ ਜੀਵਨ ਨੂੰ ਸਵਾਰਨ ਵਾਲਾ ਹੈ। ਅੱਗੇ ਕਹਿੰਦੇ ਆਸਾ ਮਹਿਲਾ ਪਹਿਲਾ। ਰਾਗ ਦਾ ਨਾਂ ਹੈ ਆਸਾ, ਮਹਿਲਾ ਪਹਿਲਾ ਦਾ ਮਤਲਬ ਗੁਰੂ ਨਾਨਕ ਦੇਵ ਦੀ ਬਾਣੀ ਹੈ। ਪਹਿਲਾ ਤੋਂ ਭਾਵ ਹੈ ਪਹਿਲਾ ਗੁਰੂ, ਅਤੇ ਪਹਿਲਾ ਗੁਰੂ ਨਾਨਕ ਦੇਵ ਜੀ ਹਨ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀ ਹੈ ਦੁਖ। ਆਖਾਂ ਜੀਵਾਂ ਵਿਸਰੈ ਮਰ ਜਾਉ। ਜੇ ਮੈਂ ਪਰਮਾਤਮਾ ਦਾ ਨਾਮ ਜਪਦਾ ਤਾਂ ਮੈਂ ਸਮਝ ਜਿਉਂਦਾ ਹਾਂ। ਜਦੋਂ ਮੈਨੂੰ ਪਰਮਾਤਮਾ ਨਾਮ ਭੁੱਲਦਾ, ਮੈਨੂੰ ਐਂ ਲੱਗਦਾ ਜਿਵੇਂ ਮੇਰੀ ਮੌਤ ਹੋ ਗਈ ਹੈ। ਭਾਵ ਜੀਵਨ ਦਾ ਆਧਾਰ ਭਜਨ ਬੰਦਗੀ ਹੋ ਗਈ ਹੈ। ਜਿਵੇਂ ਇਸ ਸਰੀਰ ਦਾ ਆਧਾਰ ਜਿਹੜਾ ਹੈ ਉਹ ਰੋਟੀ ਹੈ, ਪਾਣੀ ਹੈ, ਹਵਾ ਹੈ। 3 ਚੀਜ਼ਾਂ ਤੋਂ ਬਿਨਾਂ ਇਹ ਸਰੀਰ ਨਹੀਂ ਚੱਲ ਸਕਦਾ। ਹਵਾ ਨਹੀਂ ਮਿਲੀ ਤਾਂ 1-2 ਮਿੰਟ 'ਚ ਮਰ ਜਾਏਗਾ। ਪਾਣੀ ਨਹੀਂ ਮਿਲਿਆ ਤਾਂ 5-7 ਦਿਨਾਂ ਬਾਅਦ ਮਰ ਜਾਏਗਾ। ਰੋਟੀ ਨਹੀਂ ਮਿਲੀ 50-60 ਦਿਨਾਂ ਬਾਅਦ ਮਰ ਜਾਏਗਾ, ਮਰ ਜ਼ਰੂਰ ਜਾਏਗਾ। ਇਹ ਸਰੀਰ ਨੇ 3 ਚੀਜ਼ਾਂ ਨਾਲ ਚੱਲਦਾ ਹੈ, ਹਵਾ, ਪਾਣੀ ਅਤੇ ਰੋਟੀ। ਜਿਵੇਂ ਸਰੀਰ ਇਹਨਾਂ ਤੋਂ ਬਿਨਾਂ ਨਹੀਂ ਚੱਲ ਸਕਦਾ, ਕਹਿੰਦੇ ਮੈਂ ਵੀ ਆਤਮਿਕ ਤੌਰ 'ਤੇ ਪਰਮਾਤਮਾ ਦਾ ਨਾਮ ਜਪੇ ਬਿਨਾਂ ਨਹੀਂ ਰਹਿ ਸਕਦਾ। ਅਤੇ ਜਿੱਦੇ ਮੈਨੂੰ ਨਾਮ ਜਪਣ ਦਾ ਮੌਕਾ ਨਹੀਂ ਮਿਲਦਾ ਕਿਸੇ ਕਾਰਨ, ਮੈਨੂੰ ਐਂ ਲੱਗਦਾ ਵੀ ਮੈਂ ਤਾਂ ਮਰ ਗਿਆ, ਮੇਰੀ ਮੌਤ ਹੋ ਗਈ। ਭਾਵ ਮੈਨੂੰ ਬਹੁਤ ਵੱਡਾ ਘਾਟਾ ਪੈ ਗਿਆ ਹੈ। ਆਖਣ ਔਖਾ ਸਾਚਾ ਨਾਮ, ਨਾਲੇ ਵੀ ਕਿਹਾ ਅਤੇ ਗੁਰੂ ਮਹਾਰਾਜ ਨੇ ਗੱਲ ਸਵੀਕਾਰ ਕਰ ਲਈ ਹੈ। ਆਖਣ ਔਖਾ ਸੱਚਾ ਨਾਮ, ਪਰਮਾਤਮਾ ਦਾ ਨਾਮ ਜਪਣਾ ਔਖਾ ਹੈ, ਇਹ 'ਚ ਕੋਈ ਸ਼ੱਕ ਨਹੀਂ। ਪਰਮਾਤਮਾ ਦੇ ਨਾਮ ਤੋਂ ਮਨੁੱਖ ਤੋਂ ਜੋ ਮਰਜ਼ੀ ਕੰਮ ਕਰਾ ਲਓ, ਇਹ ਕਰਨ ਨੂੰ ਤਿਆਰ ਹੈ। ਪਰਮਾਤਮਾ ਦਾ ਨਾਮ 'ਤੇ ਪੈਸੇ ਲੈ ਕੇ ਵੀ ਜਪਣ ਨੂੰ ਤਿਆਰ ਨਹੀਂ ਹੈਗਾ। ਉਹ ਵੀ ਠੂੰ ਠੱਪ ਕਰੂਗਾ, ਉਹ ਵੀ ਦੇਖਦਾ ਰਹੇ ਕੋਈ ਵੇਖ ਰਿਹਾ ਤਾਂ ਚੱਜ ਨਾਲ ਕਰ ਦਿਓ ਪਾਠ, ਨਹੀਂ ਤਾਂ ਠੀਕ ਠੂੰ ਠੱਪ ਕਰ ਦਿਓ। ਐਵੇਂ ਤਾਂ ਨਹੀਂ ਬਣਿਆ। ਅੱਗੋਂ ਪੜ੍ਹਿਆ, ਪਿੱਛੋਂ ਪੜ੍ਹਿਆ, ਵਿੱਚੋਂ ਤੇਰਾ ਦਰਸ਼ਨ ਕਰਿਆ। ਕਿਤੇ ਤਾਂ ਵਾਪਰਦੀ ਗੱਲ, ਇੱਕ ਕਿਤੇ ਤਾਂ ਵਾਪਰੀ ਵੀ ਹਾਂ ਜੀ ਪਾਠ ਪਾਠ ਨੀਂਦ ਆ ਗਈ, ਘੰਟੇ ਬਾਅਦ ਜਾਗ ਗਈ, ਉਹ 30 ਸਫ਼ੇ ਤਾਂ ਹੈ, 30 ਸਫ਼ੇ ਉਲਟਾ ਤੇ ਚਲ ਇਹਦੇ ਹੈ ਵਿੱਚੋਂ ਦਰਸ਼ਨ ਕਰਿਆ। ਅੱਗੋਂ ਪੜ੍ਹਿਆ ਉਦੋਂ ਸੰਗਤ ਬੈਠੀ ਹੁੰਦੀ ਹੈ, ਪਿੱਛੋਂ ਪੜ੍ਹਿਆ ਉਦੋਂ ਸੰਗਤ ਬੈਠੀ ਹੁੰਦੀ ਹੈ, ਵਿੱਚੋਂ ਤੇ ਦਰਸ਼ਨ ਕਰਿਆ। ਸੋ ਇਸ ਲਈ ਪੈਸੇ ਲੈ ਕੇ ਵੀ ਵਿੱਚੋਂ ਤੇਰਾ ਦਰਸ਼ਨ ਕਰਿਆ ਹੈ। ਚਲੋ ਸਾਰੇ ਤਾਂ ਨਹੀਂ, ਪਰ ਕਿਤੇ ਨਾ ਕਿਤੇ ਤਾਂ ਜ਼ਰੂਰ ਹੁੰਦਾ ਹੈ। ਇਸ ਲਈ ਨਾਮ ਜਪਣਾ ਔਖਾ ਹੈ। ਸਾਚੇ ਨਾਮ ਕੀ ਲਾਗੈ ਭੂਖ। ਜਦੋਂ ਪਰਮਾਤਮਾ ਦੇ ਨਾਮ ਦੀ ਕਿਸੇ ਨੂੰ ਭੁੱਖ ਲੱਗ ਜਾਂਦੀ ਹੈ, ਮੈਂ ਦੇਖਿਆ ਜਦੋਂ ਪੂਰੀ ਭੁੱਖ ਲੱਗੀ ਹੋਵੇ ਨਾ, ਫਿਰ ਦਾਲ ਸਬਜ਼ੀ ਕਿਹੜੀ ਹੈ ਇਹ ਨਹੀਂ ਬੰਦਾ ਪੁੱਛਦਾ। ਭੁੱਖ ਜੇ ਪੂਰੀ ਲੱਗੀ ਹੋਵੇ, ਲੂਣ ਮਿਰਚਾਂ ਹੈਗੀਆਂ ਜਾਂ ਕੋਈ ਅਚਾਰ ਹੈ,
ਉਸ ਨਾਲ ਬੰਦਾ ਬੜੇ ਪਿਆਰ ਨਾਲ ਖਾਂਦਾ ਹੈ। ਨਹੀਂ ਭੁੱਖ ਲੱਗੀ ਫਿਰ ਰੱਜ ਨੂੰ ਕੁਚਾਜੇ ਵਾਲੀ ਗੱਲ ਹੁੰਦੀ ਹੈ। 10ਵੀਂ 'ਚ ਮੈਂ ਪੜ੍ਹਦਾ ਸੀ, ਸਾਨੂੰ ਹਿੰਦੀ ਦਾ ਇੱਕ ਡਰਾਮਾ ਲੱਗਾ ਸੀ, ਉਹਦਾ ਨਾਂ ਸੀ ਜੋਂਕ। ਜੋਕਾਂ ਜਿਹਨੂੰ ਆਪਾਂ ਕਹਿੰਦੇ। ਉਹ 'ਚ ਇੱਕ ਪਾਤਰ ਦੂਜੇ ਨੂੰ ਪੁੱਛਦਾ, ਕਹਿੰਦੇ ਰੋਟੀ ਕਦੋਂ ਖਾਣੀ ਚਾਹੀਦੀ ਹੈ? ਉਹ ਜਵਾਬ ਦਿੰਦਾ, ਅਮੀਰ ਦਾ ਜਦੋਂ ਜੀਅ ਕਰੇ, ਗਰੀਬ ਨੂੰ ਜਦੋਂ ਮਿਲ ਜਾਏ। ਹੈ ਨਾ? ਕਹਿੰਦਾ ਰੋਟੀ ਕਦੋਂ ਖਾਣੀ ਚਾਹੀਦੀ ਹੈ? ਕਹਿੰਦਾ ਅਮੀਰ ਦਾ ਜਦੋਂ ਜੀਅ ਕਰੇ, ਗਰੀਬ ਨੂੰ ਜਦੋਂ ਮਿਲ ਜਾਏ। ਉਹ ਤਾਂ ਵਿਚਾਰਾ ਭੁੱਖਾ ਹੀ ਹੁੰਦਾ, ਵੀ ਲਿਆਓ ਜੀ, ਉਹਨੂੰ ਟਾਈਮ ਦਾ ਨਹੀਂ ਹੈਗਾ। ਸੋ ਕਈ ਵਾਰੀ ਬੜੀਆਂ ਜ਼ਬਰਦਸਤ ਗੱਲਾਂ ਹੁੰਦੀਆਂ ਜਿਹੜੀਆਂ ਸਾਰੀ ਉਮਰ, ਉਹ ਸਾਰੀ ਕਿਤਾਬ ਦੇ 'ਚ ਸਿਰਫ ਇੱਕੋ ਲਾਈਨ ਮੈਨੂੰ ਯਾਦ ਹੈ ਬਸ, ਬਾਕੀ ਨਹੀਂ ਮੈਨੂੰ ਕੋਈ ਪਤਾ ਬਾਕੀ ਕਿਤਾਬ 'ਚ ਕੀ ਸੀ। 7ਵੀਂ 'ਚ ਪੜ੍ਹਦਾ ਇੰਗਲਿਸ਼ ਸੀ, ਉਹਦੇ ਬਸ ਮੈਨੂੰ ਇੱਕੋ ਲਾਈਨ ਯਾਦ ਹੈ। ਉਹ 'ਚ ਲਿਖਿਆ ਸੀ, ਦੇਅਰ ਆਰ ਮੈਨ ਹੂ ਹੈਵ ਆਈਜ਼ ਬਟ ਡੂ ਨਾਟ ਸੀ, ਦੇਅਰ ਆਰ ਮੈਨ ਹੂ ਹੈਵ ਈਅਰਜ਼ ਬਟ ਡੂ ਨਾਟ ਹੀਅਰ। ਕਮਾਲ ਹੈ। ਕਹਿੰਦੇ ਬੜੇ ਬੰਦੇ ਨੇ ਜਿਨ੍ਹਾਂ ਦੀ ਅੱਖਾਂ ਹੈਣ ਪਰ ਦੇਖਦੇ ਨਹੀਂ, ਕੰਨ ਹੈਣ ਪਰ ਸੁਣਦੇ ਨਹੀਂ। ਕਈ ਸੱਚਾਈਆਂ ਹੁੰਦੀਆਂ ਜਿਹੜੀ ਸਾਰੀ ਉਮਰ ਯਾਦ ਰਹਿ ਜਾਂਦੀਆਂ। ਇਹਨੂੰ ਕਹਿੰਦੇ ਨੇ ਵਿੱਦਿਆ, ਇਸ ਨੂੰ ਵਿੱਦਿਆ ਕਹਿੰਦੇ ਨੇ। ਸੋ ਗੁਰੂ ਮਹਾਰਾਜ ਕਹਿੰਦੇ, ਸਾਚੇ ਨਾਮ ਕੀ ਲਾਗੈ ਭੂਖ। ਜਦੋਂ ਪਰਮਾਤਮਾ ਦੇ ਨਾਮ ਦੀ ਕਿਸੇ ਨੂੰ ਭੁੱਖ ਲੱਗ ਜਾਏ ਨਾ, ਉਤ ਭੁੱਖ ਹੈ ਖਾਏ ਚਲੀਏ ਦੁੱਖ। ਉਸ ਭੁੱਖ ਦੇ ਨਾਲ ਅਸੀਂ ਸਾਰੇ ਦੁੱਖਾਂ ਨੂੰ ਖਾ ਜਾਂਦੇ ਹਾਂ। ਭਾਵ ਪਰਮਾਤਮਾ ਦਾ ਨਾਮ ਸਾਡੇ ਦੁੱਖਾਂ ਨੂੰ ਸਮਾਪਤ ਕਰ ਦਿੰਦਾ ਹੈ। ਪਰਮਾਤਮਾ ਦਾ ਨਾਮ ਹੈ। ਦੁੱਖ ਸੁੱਖ ਤੇ ਜ਼ਿੰਦਗੀ 'ਚ ਆਉਣਗੇ ਹੀ ਆਉਣਗੇ, ਇਹ ਵੀ ਨਹੀਂ ਆਉਣਗੇ, ਉਹ ਤਾਂ ਆਉਣੇ ਹੀ ਆਉਣੇ ਨੇ। ਗੁਰੂ ਬਣ ਕੇ ਆ ਜਾਓ, ਪੈਗੰਬਰ ਬਣ ਕੇ ਆ ਜਾਓ, ਪੀਰ ਬਣ ਕੇ ਆ ਜਾਓ, ਸਧਾਰਨ ਬੰਦੇ ਬਣ ਕੇ ਆ ਜਾਓ, ਸੰਤ ਬਣ ਕੇ ਆ ਜਾਓ, ਭਗਤ ਬਣ ਕੇ ਆ ਜਾਓ, ਜ਼ਿੰਦਗੀ 'ਚ ਦੁੱਖ ਅਤੇ ਸੁੱਖ ਦੋਨੋਂ ਆਉਣੇ ਹੀ ਆਉਣੇ ਹਨ। ਇਹ ਨਹੀਂ ਕਿ ਨਾਮ ਜਪਣ ਵਾਲੀ ਜ਼ਿੰਦਗੀ ਦੁੱਖ ਨਹੀਂ ਆਉਣੇ, ਇਹ ਨਹੀਂ ਸੋਚਣਾ ਵੀ ਮੈਂ ਤਾਂ ਜੀ ਪਾਠ ਕਰਦੀ ਹਾਂ, ਮੈਂ ਤਾਂ ਸਿਮਰਨ ਕਰਦੀ ਹਾਂ, ਮੇਰੇ ਤਾਂ ਦੁੱਖ ਆਉਣੇ ਹੀ ਨਹੀਂ ਹੈ। ਇਹ ਭੁਲੇਖਾ ਐਵੇਂ। ਦੁੱਖ ਆਉਣੇ ਹੀ ਆਉਣੇ ਨੇ। ਫਿਰ ਅਗਲਾ ਕਹਿੰਦੇ ਫਿਰ ਸਿਮਰਨ ਕਰਨ ਦਾ ਕਿਆ ਫਾਇਦਾ? ਵੀ ਜੇ ਦੁੱਖ ਆਉਣੇ ਹੀ ਆਉਣੇ ਨੇ, ਫਿਰ ਪਾਠ ਅਤੇ ਸਿਮਰਨ ਕਰਨ ਦਾ ਫਾਇਦਾ ਕੀ ਹੈ? ਫਾਇਦਾ ਕੀ ਹੈ? ਉਹਦੇ ਅੰਦਰ ਨਾ ਸਹਿਣ ਸ਼ਕਤੀ ਪੈਦਾ ਹੁੰਦੀ ਹੈ, ਦੁੱਖ ਨੂੰ ਸਹਿਣ ਦੀ। ਪੰਚਮ ਪਾਤਸ਼ਾਹ ਕੋਈ ਘੱਟ ਭਜਨ ਬੰਦਗੀ ਕਰਦੇ ਸਨ? ਐਡਾ ਵੱਡਾ ਉਹਨਾਂ ਦੀ ਜ਼ਿੰਦਗੀ ਦੁੱਖ ਆਇਆ ਹੈ। ਅਸੀਂ ਤਾਂ ਤਵੇ 'ਤੇ ਇੱਕ ਉਂਗਲ ਨਹੀਂ ਲਾ ਸਕਦੇ, ਟੱਚ ਉੱਥੇ ਮੱਚਣ ਲੱਗ ਜਾਏਗੀ ਜਿਹੜਾ ਬਹਿਣਾ ਉੱਤੇ ਹੈ। ਅੰਦਰ ਨਾਮ ਨੇ ਇੰਨੀ ਸਮਰੱਥਾ ਪੈਦਾ ਕਰ ਦਿੱਤੀ ਕਿ ਉਹਨਾਂ ਨੂੰ ਦੁੱਖ ਹੀ ਨਹੀਂ ਮਹਿਸੂਸ ਹੋਇਆ। ਹੁਣ ਜਿਨ੍ਹਾਂ ਲੋਕਾਂ ਨੇ ਬੰਦ ਕਟਵਾਏ, ਚਰਖੜੀਆਂ 'ਤੇ ਚੜ੍ਹੇ, ਆਰਣੇ ਚਰਾਏ ਗਏ, ਬੱਚਿਆਂ ਦੇ ਟੁਕੜੇ ਕਰਾ ਕੇ ਆਪਣੀ ਝੋਲੀਆਂ 'ਚ ਪਵਾਏ, ਕੋਈ ਘੱਟ ਦੁੱਖ ਹੈ? ਪਰ ਨਹੀਂ, ਇੰਨੀ ਭਜਨ ਬੰਦੀ ਕੀਤੀ ਸੀ ਕਿ ਉਹਨਾਂ ਨੇ ਦੁੱਖ ਨੂੰ ਦੁੱਖ ਹੀ ਨਹੀਂ ਸਮਝਿਆ। ਉਹਨਾਂ ਨੇ ਦੁੱਖ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਭਜਨਬੰਦੀ ਦਾ ਆਹ ਫਾਇਦਾ। ਇਹ ਨਹੀਂ ਕਿ ਦੁੱਖ ਨਹੀਂ ਆਉਣਗੇ, ਦੁੱਖ ਤਾਂ ਆਉਣਗੇ ਹੀ ਆਉਣਗੇ। ਇਹ ਤਾਂ ਤੁਸੀਂ ਮਾਨਸਿਕ ਤੌਰ 'ਤੇ ਤਿਆਰ ਰਹਿਣਾ। ਨਾਨਕ ਦੁਖੀਆ ਸਭ ਸੰਸਾਰ। ਇਹ ਤਾਂ ਫੈਸਲੇ ਉਦਾਹਰਨਾਂ ਦਿੱਤੀਆਂ ਨੇ, ਫਲਾਣਾ ਵੀ ਰੋ ਰਿਹਾ, ਫਲਾਣਾ ਵੀ ਰੋ ਰਿਹਾ, ਫਲਾਣਾ ਵੀ ਰੋ ਰਿਹਾ, ਪੂਰੇ ਦਾ ਪੂਰਾ ਸ਼ਬਦ। ਅਤੇ ਅਖੀਰ 'ਤੇ ਕਹਿੰਦੇ ਨਾਨਕ ਦੁਖੀ ਹੈ ਸਭ ਸੰਸਾਰ। ਇਹ ਸੰਸਾਰ ਦੁਖੀ ਹੈ। ਦੁੱਖ ਸਭ ਦੀ ਜ਼ਿੰਦਗੀ 'ਚ ਆਉਣੇ ਨੇ। ਭਜਨ ਬੰਦਗੀ ਨਾਲ ਤੁਸੀਂ ਦੁੱਖ ਨੂੰ ਸਹਿਣ ਦੇ ਸਮਰੱਥ ਹੋ ਜਾਂਦੇ ਹੋ। ਇੱਕ ਤਾਂ ਤੁਹਾਨੂੰ ਗਿਆਨ ਨਾਲ ਦੁੱਖ ਆਉਣੇ ਹੀ ਆਉਣੇ ਨੇ। ਆ ਗਿਆ ਦੁੱਖ ਵੀ ਤਾਂ ਆਉਣਾ ਹੀ ਸੀ। ਜੇ ਤੁਹਾਨੂੰ ਮੈਂ ਭਜਨ ਬੰਦਗੀ ਦੁੱਖ ਨਹੀਂ ਆਉਣਗੇ, ਅਤੇ ਜੇ ਆ ਗਿਆ ਤਾਂ ਫਿਰ ਤੁਸੀਂ ਤਾਂ ਭਜਨ ਬੰਦਗੀ ਛੱਡ ਜਾਓਗੇ। ਵੀ ਲੋ ਕਿਆ ਫਾਇਦਾ ਜੀ ਪਾਠ ਕਰਨ ਦਾ, ਕਿਆ ਫਾਇਦਾ ਨਾਮ ਜਪਣ ਦਾ, ਜੇ ਦੁੱਖ ਹੀ ਆਉਣੇ ਨੇ। ਇਹ ਯਾਦ ਰੱਖਿਆ ਗੁਰਬਾਣੀ ਕਿ ਦੁੱਖ ਆਉਣੇ ਹੀ ਆਉਣੇ ਨੇ। ਇਹ ਨਹੀਂ ਕਿ ਤੁਸੀਂ ਹੁਣ ਨਵੇਂ ਪਾਤਸ਼ਾਹ ਕੀ ਘੱਟ ਭਜਨ ਬੰਦਗੀ ਕਰਦੇ ਸੀ? ਦੇਖੋ ਕਿੰਨੇ ਆਏ। ਔਰ ਜਿੰਨੇ ਸ਼ਹੀਦ ਹੋਏ ਲੋਕ, ਸਾਡਾ ਇਤਿਹਾਸ ਜਿਹੜਾ ਹੈ, ਕਿੰਨਾ ਦੁੱਖ ਸਹਿਆ ਉਹਨਾਂ ਨੇ। ਚਰਖੜੀਆਂ 'ਤੇ ਚੜ੍ਹਨਾ, ਆਰਣਾ ਚਰਾਉਣਾ ਕੋਈ ਖੱਲਾ ਜੀ ਦਾ ਵੜ ਹੈ? ਜੇ ਉਹਨਾਂ ਦੇ ਅੰਦਰ ਸਹਿਣ ਸ਼ਕਤੀ ਪਰਮਾਤਮਾ ਨਾ ਪੈਦਾ ਕਰਦਾ, ਉਹਨਾਂ ਦੇ ਕਹਿੰਦੇ ਨਾ ਜਿਵੇਂ ਮੈਂ ਤੁਸੀਂ ਮੁਸਲਮਾਨ ਕਹੋ ਮੈਂ ਮੁਸਲਮਾਨ ਬਣ ਜਾਵਾਂਗਾ, ਮੈਨੂੰ ਐਂ ਕਰਿਓ, ਡਰ ਜਾਣਾ ਸੀ ਉਹਨਾਂ ਨੇ।
ਉਹਨਾਂ ਦੇ ਅੰਦਰ ਸਹਿਣ ਸ਼ਕਤੀ ਸੀ, ਇੰਨੀ ਭਜਨ ਬੰਦਗੀ ਸੀ ਉਹਨਾਂ ਦੇ ਅੰਦਰ। ਭਜਨ ਬੰਦਗੀ ਦੁੱਖ ਨੂੰ ਦੁੱਖ ਨਹੀਂ ਮਹਿਸੂਸ ਹੋਣਾ, ਦੁੱਖ ਤਾਂ ਆਉਣਗੇ ਹੀ ਆਉਣਗੇ ਤੁਹਾਡੀ ਜ਼ਿੰਦਗੀ 'ਚ। ਇਸ ਲਈ ਇਹ ਨਾ ਕਦੇ ਮਨ 'ਚ ਕਹਿਣਾ ਵੀ ਮੈਂ ਤਾਂ ਪਾਠ ਕਰਦੀ ਸੀ ਜੀ, ਮੈਂ ਤਾਂ ਪਾਠ ਕਰਦਾ ਸੀ ਜੀ, ਮੈਂ ਤਾਂ ਸਿਮਰਨ ਕਰਦਾ ਸੀ ਜੀ, ਮੈਂ ਤਾਂ ਰੋਜ਼ ਗੁਰਦੁਆਰੇ ਜਾਂਦਾ ਸੀ, ਇਹ ਮੇਰਾ ਐਕਸੀਡੈਂਟ ਕਿਉਂ ਹੋਇਆ, ਇਹ ਮੇਰੇ ਨਾਲ ਐਂ ਕਿਉਂ ਹੋਇਆ। ਉਹ ਤਾਂ ਹੋਏਗਾ ਹੀ, ਦੁੱਖ ਆਉਣੇ ਹੀ ਆਉਣੇ ਨੇ। ਸਿਰਫ ਭਜਨ ਬੰਦਗੀ ਕਰਦੇ ਰਹੋ ਕਿ ਠੀਕ ਹੈ ਭਾਈ, ਹਰ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਹੈ, ਸਮਾਂ ਬਦਲਦਾ ਰਹਿੰਦਾ ਹੈ। ਇਸ ਲਈ ਸਾਡੇ ਵੀ ਦੁੱਖ, ਕਦੇ ਦੁੱਖ, ਕਦੇ ਸੁੱਖ, ਕਦੇ ਅਮੀਰੀ, ਕਦੇ ਗਰੀਬੀ, ਕਦੇ ਖੁਸ਼ੀ, ਕਦੇ ਗਮੀ, ਜ਼ਿੰਦਗੀ ਚੱਲਦੇ ਹੀ ਰਹਿੰਦੇ ਹਨ। ਹਾਂ, ਕਹਿੰਦੇ ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀ ਹੈ ਦੁੱਖ। ਜੇ ਪਰਮਾਤਮਾ ਦੇ ਨਾਮ ਦੀ ਭੁੱਖ ਲੱਗ ਜਾਏ ਨਾ, ਉਸ ਭੁੱਖ ਨਾਲ ਕਹਿੰਦੇ ਸਾਰੇ ਦੁੱਖ ਖਾਧੇ ਜਾਂਦੇ, ਪਾਪ ਖਤਮ ਹੋ ਜਾਂਦੇ ਹਨ। ਅੰਦਰ ਜਿਹੜਾ ਨਾਮ ਵਾਲੀ ਸਾਰਾ ਧਿਆਨ ਹੋ ਜਾਂਦਾ ਹੈ। ਤੁਸੀਂ ਦੇਖਿਆ ਹੋਣਾ, ਤੁਹਾਡਾ ਬੱਚਾ ਡਿੱਗ ਪਿਆ, ਉਹ ਰੀ ਕਰਦਾ। ਛੋਟੇ ਹੁੰਦੇ ਸੀ, ਮਾਂ ਨੇ ਕਹਿਣਾ ਉਹ ਕੀੜੀ ਦਾ ਆਟਾ ਡੁੱਲ ਗਿਆ। ਬੱਚੇ ਦਾ ਧਿਆਨ ਕੀੜੀ ਵੱਲ ਅਤੇ ਆਟੇ ਵੱਲ ਹੋ ਜਾਣਾ, ਨਾ ਕੀੜੀ ਨਾ ਆਟਾ। ਉਹਦਾ ਧਿਆਨ ਦੂਜੇ ਪਾਸੇ ਜਦੋਂ ਹੁੰਦਾ ਸੀ, ਉਹ ਰੀ ਕਰਨੋਂ ਬੰਦ ਕਰ ਦਿੰਦਾ ਸੀ। ਉਹ ਚੁੱਪ ਕਰ ਦਿਆ ਕਰਦਾ, ਉਹਦਾ ਧਿਆਨ ਦੂਜੇ ਪਾਸੇ ਹੋ ਗਿਆ। ਦੁੱਖ ਆਇਆ ਹੈ, ਸਾਡਾ ਸਾਰਾ ਧਿਆਨ ਭਜਨ ਬੰਦਗੀ ਵੱਲ ਹੈ, ਇਸ ਲਈ ਸਾਡਾ ਧਿਆਨ ਉੱਧਰ ਨੂੰ ਹੋ ਜਾਊਗਾ। ਤੁਸੀਂ ਕਦੇ ਵੀ ਨੋਟ ਕਰਿਓ, ਜਿਹੜਾ ਮਰੀਜ਼ ਹੈ ਹਾਏ ਹਾਏ ਕਰ ਰਿਹਾ, ਡਾਕਟਰ ਆ ਗਿਆ ਕਮਰੇ 'ਚ, ਇੱਕਦਮ ਬੰਦ ਹੋ ਜਾਏਗਾ ਹਾਏ ਹਾਏ ਕਰਨ, ਵੀ ਡਾਕਟਰ ਆ ਗਿਆ, ਹੁਣ ਨਹੀਂ ਮੈਂ ਮਰਦਾ। ਉਹਦਾ ਧਿਆਨ ਡਾਕਟਰ ਵੱਲ ਹੋ ਗਿਆ, ਉਹ ਹਾਏ ਹਾਏ ਵੱਲੋਂ ਕੁਝ ਸਮੇਂ ਲਈ ਹਟ ਗਿਆ ਹੈ। ਤੁਸੀਂ ਮਰੀਜ਼ ਕੋਲ ਜਾ ਬੈਠੇ ਹੋ, ਤੁਸੀਂ ਹੱਸਾ ਗੱਲਾਂ ਕਰ ਰਹੇ ਹੋ, ਉਹਦਾ ਦੁੱਖ ਕੁਝ ਸਮੇਂ ਲਈ ਭੁੱਲ ਜਾਏਗਾ, ਕਿਉਂਕਿ ਤੁਹਾਡੇ ਵੱਲ ਨੂੰ ਹੋ ਗਿਆ ਹੈ। ਜਦੋਂ ਇਕੱਲਾ ਹੋਊਗਾ ਫਿਰ ਲੱਗ ਜਾਓ ਸੋਚਣ, ਉਹ ਫਿਰ ਲੱਗ ਜਾਏਗਾ। ਇਸ ਲਈ ਪਰਮਾਤਮਾ ਦੇ ਜਿਹੜਾ ਨਾਮ ਹੈ, ਸਾਡਾ ਧਿਆਨ ਦੁੱਖ ਵੱਲੋਂ ਹਟਾ ਕੇ ਪਰਮਾਤਮਾ ਵਾਲੇ ਪਾਸੇ ਨੂੰ ਲਾਉਂਦਾ ਹੈ। ਇਸ ਲਈ ਸਾਨੂੰ ਦੁੱਖ ਘੱਟ ਮਹਿਸੂਸ ਹੁੰਦਾ। ਬਾਕੀ ਦੁੱਖ ਆਉਣਗੇ, ਉਹ ਇਹਨਾਂ ਸਮਝੋ ਵੀ ਨਹੀਂ ਆਉਣੇ ਜੀ। ਹਾਂ, ਸੋ ਕਹਿੰਦੇ ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਹੀਂ। ਹੇ ਮੇਰੀ ਮਾਂ, ਉਹ ਪਰਮਾਤਮਾ ਜੋ ਸਦਾ ਰਹਿਣ ਵਾਲਾ ਸਾਹਿਬ ਹੈ, ਸਾਚਾ ਸਾਹਿਬ, ਸਾਚਾ ਹੁੰਦਾ ਸਦਾ ਰਹਿਣ ਵਾਲਾ, ਸਾਚਾ ਨਹੀਂ, ਅਤੇ ਸੱਚੇ ਨਾਮ ਵਾਲਾ ਹੈ। ਉਹਦਾ ਨਾਮ ਵੀ ਸਦਾ ਰਹਿਣਾ, ਉਹਨੇ ਵੀ ਸਦਾ ਰਹਿਣਾ। ਸੋ ਕਿਉਂ ਵਿਸਰੈ ਮੇਰੀ ਮਾਏ, ਇਸ ਲਈ ਮੇਰੀ ਮਾਂ, ਇਹੋ ਜਿਹਾ ਰੱਬ ਨਹੀਂ ਭੁੱਲਣਾ ਚਾਹੀਦਾ। ਐਸਾ ਰੱਬ ਸਦਾ ਮੈਨੂੰ ਯਾਦ ਰਹਿਣਾ ਚਾਹੀਦਾ, ਜਿਹੜਾ ਸਦਾ ਰਹਿਣ ਵਾਲਾ ਹੈ ਅਤੇ ਜਿਹਦਾ ਨਾਮ ਵੀ ਸਦਾ ਰਹਿਣ ਵਾਲਾ ਹੈ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਆਖਣ ਵਾਲੇ ਕਹਿੰਦੇ ਕੀਮਤਾਂ ਪਾ ਪਾ ਕੇ ਥੱਕ ਗਏ, ਪਰ ਪਰਮਾਤਮਾ ਦੇ ਨਾਮ ਦੀ ਤਿਲ ਜਿੰਨੀ ਵਡਿਆਈ ਵੀ ਨਹੀਂ ਕਰ ਸਕੇ ਉਹ, ਕਿਉਂ ਕੀਮਤ ਪਾਉਣੀ ਸੀ ਵਡਿਆਈ ਕਰ ਕਰਕੇ। ਕਹਿੰਦਾ ਵਡਿਆਈ ਕਰਨ ਵਾਲੇ ਵਡਿਆਈ ਕਰ ਕਰਕੇ ਥੱਕ ਗਏ, ਪਰ ਉਹਦੀ ਤਿਲ ਮਾਤਰ ਵੀ ਪੂਰੀ ਵਡਿਆਈ ਨਹੀਂ ਕਰ ਸਕੇ, ਕਿਉਂਕਿ ਵਡਿਆਈ ਹੀ ਇੰਨੀ ਹੈ ਪਰਮਾਤਮਾ ਦੀ। ਜੇ ਸਭ ਮਿਲ ਕੇ ਆਖਣ ਪਾਹੇ, ਜੇ ਸਾਰੇ ਮਿਲ ਕੇ ਪਰਮਾਤਮਾ ਦਾ ਨਾਮ ਜਪਣ ਵੀ ਲੱਗ ਜਾਣ, ਉਹਦੀ ਕੀਮਤ ਵੀ ਪਾਉਣ ਲੱਗ ਜਾਣ, ਉਹਦੀ ਸਿਫਤ ਸਲਾਹ ਵੀ ਕਰਨ ਲੱਗ ਜਾਣ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਵੱਡਾ ਹੋਣਾ, ਨਾ ਉਹਨੇ ਛੋਟਾ ਹੋਣਾ ਹੈ। ਜੇ ਅਸੀਂ ਵਡਿਆਈ ਕਰਾਂਗੇ, ਉਹਨੇ ਵੱਡਾ ਨਹੀਂ ਹੋ ਜਾਣਾ। ਜੇ ਉਹਦੀ ਨਿੰਦਿਆ ਕਰਾਂਗੇ, ਉਹਨੇ ਛੋਟਾ ਨਹੀਂ ਹੋ ਜਾਣਾ। ਅਤੇ ਜੇ ਵੱਡਾ ਛੋਟਾ ਹੋਵੇ ਤਾਂ ਫਿਰ ਸਾਡੇ ਵਰਗੇ ਹੋ ਗਿਆ ਨਾ, ਵੀ ਵਡਿਆਈ ਸੁਣ ਕੇ ਖੁਸ਼, ਨਿੰਦਿਆ ਸੁਣ ਕੇ ਦੁਖੀ, ਕਿਉਂਕਿ ਅਸੀਂ ਉਸ ਅਵਸਥਾ 'ਤੇ ਨਹੀਂ ਅਜੇ ਪਹੁੰਚੇ। ਅਸੀਂ ਅਜੇ ਸਮ ਅਵਸਥਾ 'ਤੇ ਨਹੀਂ ਪਹੁੰਚੇ, ਸਾਡਾ ਅਜੇ ਬੈਲੈਂਸ ਨਹੀਂ ਹੋਇਆ। ਜਦੋਂ ਅਸੀਂ ਬੈਲੈਂਸ ਸਾਡਾ ਹੋ ਗਿਆ, ਦੁੱਖ ਸੁੱਖ ਦੀ ਸੋਚ ਬਰਾਬਰ ਦੀ ਹੋ ਗਈ, ਫਿਰ ਇੱਕਸਾਰ ਜੀਵਨ ਹੋ ਜਾਏਗਾ। ਤਾਂ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਇਹ ਨਹੀਂ ਕਿਹਾ ਦੁੱਖ ਮੈਂ ਦੁੱਖ ਨਹੀਂ ਮੰਨ, ਇਹ ਕਿਹਾ ਵੀ ਦੁੱਖ ਤਾਂ ਆਊ, ਪਰ ਦੁੱਖ ਨੂੰ ਦੁੱਖ ਨਹੀਂ ਮੰਨਣਾ। ਇਹ ਵੀ ਦਾਤ ਤੇਰੀ ਦਾਤਾਰ, ਇਹ ਸੱਚਾ ਪਾਤਸ਼ਾਹ ਤੇਰੀ ਦਾਤ ਹੈ ਵੀ। ਹਾਂ, ਕਿਉਂਕਿ ਜਿਹੜਾ ਭਜਨ ਬੰਦਗੀ ਕਰਨ ਵਾਲਾ ਜੋ ਉੱਚੀ ਅਵਸਥਾ 'ਤੇ ਚਲਾ ਜਾਂਦਾ ਹੈ, ਉਹ ਫਿਰ ਉਹਦੀ ਰਜ਼ਾ 'ਚ ਰਹਿਣਾ ਸ਼ੁਰੂ ਕਰ ਦਿੰਦਾ ਕਿ ਜਿਹੜਾ ਦੁੱਖ ਹੈ ਇਹ ਵੀ ਕਿਸੇ ਮੇਰੇ ਭਲੇ ਲਈ ਹੋਣਾ ਹੈ। ਇਸ ਲਈ ਉਹਨੂੰ ਸਹਿ ਲੈਂਦਾ, ਉਹ ਦੂਜਾ ਬੰਦਾ ਹੌਸਲਾ ਛੱਡ ਜਾਂਦਾ ਹੈ। ਆਹ ਜਿਹੜੇ ਹੁਣ ਆਤਮ ਹੱਤਿਆ ਲੋਕ ਕਰ ਰਹੇ ਕਿੰਨੀ,
ਪੁਰਾਣਾ ਕੋਈ ਵੀ ਸਿੱਖ ਆਤਮ ਹੱਤਿਆ ਨਹੀਂ ਸੀ ਕਰਦਾ। ਕਿੰਨੇ ਕਿੰਨੇ ਉਹਨਾਂ 'ਤੇ ਜ਼ੁਲਮ ਹੋਏ, ਦੇਖੋ ਉਸ ਵੇਲੇ ਸਰਕਾਰਾਂ ਨੇ ਕੀਤੇ ਹੈ, ਨਹੀਂ ਇੱਕ ਨੇ ਵੀ ਆਤਮ ਹੱਤਿਆ ਨਹੀਂ ਕੀਤੀ। ਹੁਣ ਕੁਛ ਵੀ ਨਹੀਂ ਹੈ ਅਤੇ ਰੋਜ਼ 5-7 ਮਰ ਜਾਂਦੇ ਨੇ ਆਤਮ ਹੱਤਿਆ ਕਰਕੇ। ਦੱਸ ਕਿਉਂ? ਹੌਸਲੇ ਛੱਡ ਬੈਠੇ ਨੇ। ਉਹਨਾਂ ਨੂੰ ਉਸ ਸਮੱਸਿਆ ਦੇ ਵਿੱਚੋਂ ਬਾਹਰ ਨਿਕਲਣ ਦਾ ਰਾਹ ਹੀ ਨਹੀਂ ਕੋਈ ਲੱਭ ਰਿਹਾ। ਮੰਨ ਲਓ ਕਰਜ਼ਾ ਹੋ ਗਿਆ, ਕੀ ਕਰ ਲਏਗਾ ਕੋਈ? ਜੇ ਤੁਸੀਂ ਮੰਨ ਲਓ ਪ੍ਰਾਈਵੇਟ ਕਰਜ਼ਾ ਲਿਆ, ਤੁਸੀਂ ਕਹਿੰਦੇ ਭਾਈ ਮੇਰੇ ਕੋਲ ਕਦਾ ਹੈ ਨਹੀਂ, ਕੁੱਟ ਲੈ ਮਾਰ ਲੈ ਜੋ ਮਰਜ਼ੀ ਕਰ ਲੈ, ਨਾ ਤੁਹਾਨੂੰ ਕੁੱਟਣ ਜੋ ਕਾਲ ਕੇ, ਜੇ ਬੁੜਾ ਮਰ ਗਿਆ ਤਾਂ ਸਿਆਪਾ ਖੜਾ ਹੋ ਜੂ, ਹੈ ਹੀ ਨਹੀਂ, ਜੋ ਕਰਨਾ ਕਰ ਲਓ ਜੀ, ਕਿਆ ਕਰੇਗਾ ਕੋਈ ਜੀ, ਮਰਨ ਦੀ ਕੀ ਲੋੜ ਹੈ? ਅਤੇ ਜੇ ਮੰਨ ਲਓ ਤੁਹਾਡੇ ਕੋਲ 5 ਕਿੱਲੇ ਜ਼ਮੀਨ ਹੈ, 1 ਕਿੱਲਾ ਵੇਚ ਕੇ ਵੀ ਤੁਹਾਡੇ ਕਰਜ਼ਾ ਲੈਂਦਾ, ਵੇਚ ਦਿਓ, ਦਫਾ ਕਰੋ, ਕਰਜ਼ਾ ਲਾ ਕੇ ਸੁਰਖਰੂ ਹੋ ਜਾਓ, ਬਾਕੀ 4 'ਚ ਗੁਜ਼ਾਰਾ ਕਰ ਲਓ। ਹੱਲ ਤਾਂ ਹਰ ਇੱਕ ਚੀਜ਼ ਦਾ ਹੁੰਦਾ, ਪਰ ਪਹਿਲਾਂ ਹੀ ਸੋਚਿਆ ਹੁੰਦਾ ਵੀ ਆਪਾਂ ਮਰ ਜਾਓ, ਕਰਜ਼ਾ ਵੀ ਖਤਮ ਅਤੇ ਜ਼ਮੀਨ ਵੀ ਬਚ ਜਾਏਗੀ, ਬੁੱਢਾ ਤਾਂ ਮੈਂ ਹੋ ਹੀ ਗਿਆ, ਚੱਲ ਤੁਰਦਾ ਪਾਉਣ। ਜਿਵੇਂ ਇੱਕ ਦਾ ਬਾਪ ਰਿਟਾਇਰ ਹੋਣ ਤੋਂ 2 ਦਿਨਾਂ ਬਾਅਦ ਮਰ ਗਿਆ, ਮੁੰਡਾ ਰੋ ਰਿਹਾ, ਉਹ ਬਾਪੂ ਜੇ ਤੂੰ ਮਰਨਾ ਸੀ 3 ਦਿਨ ਪਹਿਲਾਂ ਮਰ ਜਾਂਦਾ, ਮੈਨੂੰ ਨੌਕਰੀ ਦਾ ਤੇਰੀ ਥਾਂ 'ਤੇ ਮਿਲ ਜਾਂਦੀ। ਉਹ ਬਾਪੂ ਮਰਨ ਨਾਲ ਨਹੀਂ, ਵੀ ਜੇ 3 ਦਿਨ ਪਹਿਲਾਂ ਮਰ ਜਾਂਦਾ ਅਤੇ ਰਿਟਾਇਰ ਨਾ ਹੁੰਦਾ ਅਤੇ ਤੇਰੀ ਥਾਂ 'ਤੇ ਮੈਨੂੰ ਨੌਕਰੀ ਮਿਲ ਜਾਣੀ ਸੀ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਉਹ ਪਰਮਾਤਮਾ ਨਾ ਵੱਡਾ ਹੁੰਦਾ ਨਾ ਛੋਟਾ ਹੁੰਦਾ, ਚਾਹੇ ਉਹਨੂੰ ਵਡਿਆਈ ਜਾਓ ਚਾਹੇ ਉਹਨੂੰ ਨਿੰਦੀ ਜਾਓ, ਉਹਦੀ ਵਡਿਆਈ ਕਰਕੇ ਅਸੀਂ ਹੀ ਵੱਡੇ ਹੋਣਾ। ਵਡਿਆਈ ਵੱਡਾ ਪਾਇਆ, ਵਡਿਆਈ ਕਰ ਕਰਕੇ ਵੱਡੇ ਦੀ ਪ੍ਰਾਪਤੀ ਹੋਏਗੀ, ਅਤੇ ਵੱਡੇ ਦੀ ਪ੍ਰਾਪਤੀ ਉਹਦੇ ਜਿਸ ਆਪ ਵੱਡੇ ਹੋ ਜਾਣਗੇ। ਵਡਿਆਈ ਕਰਨ ਵਾਲਾ ਬੰਦਾ ਆਪ ਵੱਡਾ ਹੁੰਦਾ ਹੈ, ਨਿੰਦਿਆ ਕਰਨਾ ਸਭ ਆਪ ਛੋਟਾ ਹੁੰਦਾ ਹੈ, ਇਹ ਕੋਈ ਮੰਨੇ ਚਾਹੇ ਨਾ ਮੰਨੇ। ਜੇ ਰੱਬ ਦੀ ਵਡਿਆਈ ਕਰਦੇ ਰਹਿੰਦੇ, ਬਾਣੀ ਪੜ੍ਹਨਾ ਸਿਮਰਨ ਕਰਨਾ ਉਹਦੀ ਵਡਿਆਈ ਕਰਨਾ ਜੀ, ਹੌਲੀ 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 ਬੰਦਾ ਦੇਖੋ ਦੂਸਰਿਆਂ ਨਾਲ ਵੱਡਾ ਹੋ ਜਾਂਦਾ। ਕਈ ਵਾਰੀ ਸਾਥੀ ਹੀ ਹੁੰਦਾ ਪਰ ਲੱਗਾ ਰਹਿੰਦਾ ਰੱਬ ਦਾ ਨਾਮ ਜੋ ਲੱਗਾ ਰਹਿੰਦਾ ਸਾਥੀਆਂ ਤੋਂ ਅੱਗੇ ਲੰਘ ਜਾਂਦਾ, ਸਾਥੀਆਂ ਤੋਂ ਅੱਗੇ ਲੰਘ ਜਾਂਦਾ। ਕਿਉਂ? ਵਡਿਆਈ ਕਰਕੇ ਵੱਡਾ ਹੋਣਾ। ਅੱਗੇ ਕਹਿੰਦੇ ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹਿ ਨਾ ਚੁਕੈ ਭੋਗ। ਹੁਣ ਜਿਹੜਾ ਰੱਬ ਨੂੰ ਪਿਆਰ ਕਰਦਾ, ਨਾ ਰੱਬ ਨੇ ਮਰਨਾ ਅਤੇ ਨਾ ਪਿਆਰੇ ਨੂੰ ਕੁਛ ਹੋ ਗਿਆ। ਜੇ ਪਿਆਰ ਹੋਵੇ ਅਤੇ ਪਿਆਰਾ ਮਰ ਜੇ ਤਾਂ ਫਿਰ ਅਫਸੋਸ ਤਾਂ ਹੁੰਦਾ ਕਿ ਨਹੀਂ? ਹੁਣ ਰੱਬ ਨੇ ਤਾਂ ਮਰਨਾ ਹੀ ਨਹੀਂ ਹੈ, ਇਸ ਲਈ ਰੱਬ ਨੂੰ ਮੰਨਣ ਵਾਲੇ ਨੂੰ ਕਦੇ ਸੋਗ ਹੀ ਨਹੀਂ ਹੁੰਦਾ, ਕਿਉਂਕਿ ਉਹਨੂੰ ਤਾਂ ਮਰਨਾ ਹੀ ਨਹੀਂ ਹੈ। ਸੋਗ ਤਾਂ ਉੱਥੇ ਹੈ ਜਿੱਥੇ ਸਾਡਾ ਕੋਈ ਪਿਆਰਾ ਮਰ ਜੇ ਪਏ ਹੈ, ਰੱਬ ਨੇ ਤਾਂ ਮਰਨਾ ਹੀ ਨਹੀਂ, ਇਸ ਲਈ ਸਾਨੂੰ ਕੋਈ ਸੋਗ ਨਹੀਂ ਹੋਣਾ। ਦਿੰਦਾ ਰਹਿ ਨਾ ਚੁਕੈ ਭੋਗ, ਭੋਗ ਹੁੰਦਾ ਭੋਗਣ ਵਾਲੀਆਂ ਚੀਜ਼ਾਂ, ਪਰਮਾਤਮਾ ਪਦਾਰਥ ਦੇ ਰਿਹਾ, ਚੁੱਕਣ ਦਾ ਮੁੱਕਣਾ, ਉਹਦੇ ਪਦਾਰਥ ਮੁੱਕਦੇ ਨਹੀਂ ਹੈਗੇ, ਉਹਦੇ ਭੋਗ ਮੁੱਕਦੇ ਨਹੀਂ ਹੈਗੇ, ਉਹ ਤਾਂ ਦੇ ਰਿਹਾ ਹੈ। ਭੋਗਣ ਵਾਲੇ ਭੋਗੀ ਜਾਂਦੇ ਨੇ ਪਰ ਭੋਗ ਨਹੀਂ ਮੁੱਕਿਆ ਕਰਦੇ। ਗੁਣ ਇਹੋ ਹੋਰ ਨਾਹੀ ਖੋਏ, ਨਾ ਕੋ ਹੋਆ ਨਾ ਕੋ ਹੋਏ। ਉਹਦੇ ਗੁਣ ਹੀ ਇਹੀ ਹੈ, ਹੋਰ ਕਿਸੇ 'ਚ ਗੁਣ ਨਹੀਂ ਹੈ। ਕੀ ਗੁਣ ਹੈ? ਨਾ ਕੋ ਹੋਆ, ਨਾ ਉਹਦੇ ਵਰਗਾ ਕੋਈ ਹੈ, ਨਾ ਕੋ ਹੋਏ, ਨਾ ਉਹਦੇ ਵਰਗਾ ਕੋਈ ਹੋਣਾ। ਬਸ ਆਹੀ ਗੁਣ ਹੈ, ਕਹਿੰਦੇ ਵੀ ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ, ਨਾ ਹੈ ਅਤੇ ਨਾ ਹੋਣਾ। ਜੇ ਵਡਾਪ ਤੇਵੜ ਤੇਰੀ ਦਾਤ, ਇਹ ਪਰਮਾਤਮਾ ਜਿੱਡਾ ਵੱਡਾ ਤੂੰ ਆਪ ਹੈ ਨਾ, ਓਡੀ ਵੱਡੀ ਤੇਰੀ ਦਾਤ ਹੈ। ਵੱਡੇ ਦੀ ਦਾਤਾਂ ਵੀ ਤਾਂ ਵੱਡੀਆਂ ਹੋਣਗੀਆਂ ਨਾ। ਤੁਸੀਂ ਗਰੀਬ ਨੂੰ ਸ਼ਗਨ ਪਾਉਣ ਗਏ ਹੋ, 500 ਪਾ ਦਿਓਗੇ ਤਾਂ ਵੀ ਬਹੁਤ ਹੈ। ਹੁਣ ਬੜੇ ਅਮੀਰ ਦੇ ਚਲੇ ਗਏ ਵਿਆਹ, ਅਤੇ ਹੁਣ 500 ਨੂੰ ਸ਼ਗਨ ਦੇ ਤੁਹਾਨੂੰ ਸੰਗ ਲੱਗਦੀ ਹੈ ਵੀ ਯਾਰ ਐਡੇ ਅਮੀਰ ਦੇ ਹੁਣ 500 'ਤੇ ਕੀ ਬਣੇਗਾ ਹੈ, ਉਹ ਤਾਂ 2100 ਤੋਂ ਸ਼ੁਰੂ ਕਰਨਾ ਪਏਗਾ ਘੱਟ ਤੋਂ ਘੱਟ। ਗਰੀਬ ਹੈ ਚਲੋ 500 ਹੀ ਬਹੁਤ ਹੈ ਜੀ। ਇਸ ਲਈ ਵੱਡੇ ਦੀ ਦਾਤ ਹੀ ਵੱਡੀ ਹੁੰਦੀ ਹੈ। ਜੇ ਵੱਡਾ ਆਪ, ਜਿੱਡਾ ਵੱਡਾ ਉਹ ਆਪ ਹੈ, ਤੇਵੜ ਤੇਰੀ ਤਾਂ ਹੈ ਪਰ ਓਡੀ ਵੱਡੀ ਤੇਰੀ ਦਾਤ ਹੈ। ਉਹ ਆਪ ਵੱਡਾ, ਉਹਦੀਆਂ ਦਾਤਾਂ ਵੀ ਵੱਡੀਆਂ ਨੇ ਪਏ। ਉਹਨੇ ਫਿਰ ਛੋਟੀ ਮੋਟੀ ਚੀਜ਼ ਤਾਂ ਸਾਨੂੰ ਦੇਣੀ ਨਹੀਂ ਹੈ।
ਜਦੋਂ ਉਹਨੇ ਸਭ ਤੋਂ ਵੱਡੀ ਦਾਤ ਨਹੀਂ, ਫਿਰ ਨਾਮ ਦੀ ਦਾਤ ਦਿੰਦਾ। ਜਦੋਂ ਪਰਮਾਤਮਾ ਸਭ ਤੋਂ ਵੱਡੀ ਕਿਸੇ ਨੂੰ ਦਾਤ ਦਿੰਦਾ ਨਾ, ਫਿਰ ਉਹਨੂੰ ਨਾਮ ਦੀ ਦਾਤ ਦਿੰਦਾ, ਕਿ ਉਹ ਨਾਮ ਦੇ ਵਿੱਚ ਸਭ ਕੁਛ ਹੀ ਹੈ। ਜਿਉਂ-ਜਿਉਂ ਤੁਸੀਂ ਨਾਮ ਜਪੀ ਜਾਓਗੇ, ਆਪਣੇ ਆਪ ਹੀ ਪਰਮਾਤਮਾ ਤੁਹਾਨੂੰ ਦਿੰਦਾ ਰਹੇ, ਤੁਹਾਨੂੰ ਮੰਗਣ ਦੀ ਲੋੜ ਹੀ ਨਹੀਂ ਰਹਿਣੀ। ਕਿਉਂ ਪਰਮਾਤਮਾ ਤੇ ਕਹਿੰਦਾ ਤੁਸੀਂ ਜਾ ਕੇ ਮੇਰਾ ਨਾਮ ਜਪਣਾ। ਇੱਕੋ ਕੰਮ ਸਾਨੂੰ ਭੇਜਿਆ ਉਹਨੇ, ਤਾਂ ਸਾਨੂੰ ਪਰਮਾਤਮਾ ਨੇ ਸਿਰਫ ਤੇ ਸਿਰਫ ਇੱਕ ਕੰਮ ਭੇਜਿਆ, ਅਤੇ ਇਹ ਵੀ ਬਾਣੀ 'ਚ ਕਿਹਾ ਵੀ ਤੁਸੀਂ ਮੇਰਾ ਨਾਮ ਜਪੋ, ਮੈਂ ਤੁਹਾਡੇ ਸਾਰੇ ਕੰਮ ਕਰਾਂਗਾ। ਪਰ ਬੰਦੇ ਨੂੰ ਸਮਝ ਹੀ ਨਹੀਂ ਆ ਰਹੀ, ਇਹ ਧੱਕੇ ਜਿਹੇ ਖਾਈ ਜਾਂਦਾ ਪਰਮਾਤਮਾ। ਹੁਣ ਜਿਹੜੀ ਗੱਲ ਬਾਣੀ 'ਚ ਆ ਗਈ ਤਾਂ ਗਰੰਟੀ ਹੈ, ਜਿਹੜੀ ਗੱਲ ਬਾਣੀ 'ਚ ਆ ਗਈ ਉਹ ਤਾਂ ਗਰੰਟੀ ਹੈ ਵੀ ਪਰਮਾਤਮਾ ਤੁਸੀਂ ਮੇਰਾ ਨਾਮ ਜਪੀ ਜਾਓ, ਮੈਂ ਤੁਹਾਡੇ ਸਾਰੇ ਕੰਮ ਸਵਾਰਾਂਗਾ। ਇਹ ਪਤਾ ਨਹੀਂ ਕਦੋਂ ਬੰਦੇ ਨੂੰ ਸਮਝ ਆਉਣੀ, ਇਹਨੂੰ ਸਮਝ ਹੀ ਨਹੀਂ। ਉਹਨੇ ਨੇ ਧੱਕੇ ਤੋੜੇ ਜਿਹੇ ਖਾਈ ਹੋਈ ਜਾਣੇ, ਖਾਈ ਜਾ ਭਾਈ। ਹੁਣ ਕਥਾ ਕਰਨ ਵਾਲੇ ਤਾਂ ਕਥਾ ਕਰਕੇ ਦੱਸ ਦੇਣਾ ਬਈ ਅੱਗੇ ਮੰਨਣਾ ਨਾ ਮੰਨਣ ਵਾਲੇ ਦੀ ਮਰਜ਼ੀ। ਨਾਮ ਜਪੀ ਜਾਓ, ਸਭ ਕੁਛ ਠੀਕ ਹੋ ਜਾਏਗਾ। ਜ਼ਿੰਦਗੀ ਦੀ ਭਾਵੇਂ ਕਿੰਨੀ ਤੁਹਾਡੀ ਤਾਣੀ ਉਲਝੀ ਹੋਈ ਹੈ, ਇਹ ਪਰਮਾਤਮਾ ਦੇ ਨਾਮ ਨੇ ਸਾਰੀ ਤਾਣੀ ਸੁਲਝਾ ਦੇਣੀ। ਕਿੰਨੇ ਵੀ ਕੰਮ ਕਿਉਂ ਨਹੀਂ ਅੜੇ ਹੋਏ, ਸਭ ਪਰਮਾਤਮਾ ਸਵਾਰ ਦੇਣੇ। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤ। ਇਹਦੇ ਉੱਪਰ ਕੀ ਗਰੰਟੀ ਹੈ ਜੀ? ਇਹ ਪਰਮਾਤਮਾ ਜਿਹੜੇ ਤੇਰੀ ਭਜਨ ਬੰਦਗੀ ਕਰਦੇ ਤੂੰ ਉਹਨਾਂ ਦੇ ਕਾਰਜ ਸਵਾਰਦਾ। ਅਤੇ ਅੱਜ ਕੱਲ੍ਹ ਕਾਰਜ ਸੰਵਰ ਨਹੀਂ ਰਹੇ, ਅਤੇ ਬੰਦਾ ਫਿਰ ਭਟਕ ਰਿਹਾ, ਕਦੇ ਕਿਸੇ ਕੋਲ ਜਾਂਦਾ, ਕਦੇ ਕਿਸੇ ਕੋਲ ਜਾਂਦਾ, ਕਿਤੇ ਰਿਸ਼ਵਤਾਂ ਦਿੰਦਾ, ਕਿਤੇ ਸਿਫਾਰਿਸ਼ ਚਲਾਉਂਦਾ, ਕਿਤੇ ਕੁਛ ਕਰਦਾ, ਭਜਨ ਬੰਦਗੀ ਨਹੀਂ ਕਰਦੇ। ਭਜਨ ਬੰਦਗੀ ਕਰੋ ਤੁਸੀਂ। ਸੋ ਗੁਰੂ ਮਹਾਰਾਜ ਕਹਿੰਦੇ ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਜਿਸ ਨੇ ਦਿਨ ਬਣਾਏ ਫਿਰ ਰਾਤ ਬਣਾਈ, ਦਿਨ ਵੀ ਬਣਾਏ ਰਾਤ ਵੀ ਬਣਾਈ। ਖਸਮ ਵਿਸਾਰੈ ਤੇ ਕਮਜਾਤ, ਕਮਜਾਤ ਦੇ ਨੀਵੀਂ ਜਾਤ, ਘਟੀਆ ਜਾਤ। ਜਿਹੜੇ ਰੱਬ ਨੂੰ ਭੁਲਾ ਦਿੰਦੇ ਹਨ ਤੇ ਕਮਜਾਤ, ਉਹ ਸਮਝੋ ਨੀਵੀਂ ਜਾਤ ਦੇ ਹਨ, ਉਹ ਘਟੀਆ ਜਾਤ ਦੇ ਹਨ। ਸਿੱਖ ਧਰਮ 'ਚ ਉਂਝ ਜਾਤ ਨੂੰ ਕੋਈ ਨਫ਼ਰਤ ਨਹੀਂ ਕੀਤੀ ਹੋਈ। ਇਹ ਤਾਂ ਜਿਹੜੇ ਸਿਮਰਤੀਆਂ ਲਿਖਣ ਵਾਲੇ ਸਨ, ਉਹਨਾਂ ਨੇ ਇੱਕ ਸਿਮਰਤੀ 'ਚ ਲਿਖਤਾ, ਉਦੋਂ ਕੰਮਾਂ ਦੀ ਵੰਡ ਕਰਨੀ ਸੀ ਵੀ ਜੇ ਭਾਈ ਜਿਹੜਾ ਵਿੱਦਿਆ ਦੇਵੇਗਾ, ਵਿੱਦਿਆ ਦੇਣ ਦਾ ਕੰਮ ਕਰੇਗਾ, ਉਹਨੂੰ ਬ੍ਰਾਹਮਣ ਕਿਹਾ ਜਾਏਗਾ। ਜਿਹੜਾ ਦੇਸ਼ ਕੌਮ ਦੀ ਰਾਖੀ ਕਰੇਗਾ ਉਹ ਕਸ਼ਤਰੀ ਹੋਵੇਗਾ। ਜਿਹੜਾ ਹੈ ਖੇਤੀਬਾੜੀ ਕਰੇਗਾ ਜਾਂ ਦੁਕਾਨਦਾਰੀ ਕਰੇਗਾ, ਲੋਕਾਂ ਦਾ ਢਿੱਡ ਭਰੇਗਾ, ਉਹ ਉਸ ਨੂੰ ਵੈਸ਼ ਨੂੰ ਕਿਹਾ ਜਾਏਗਾ। ਅਤੇ ਜਿਹੜੇ ਨੌਕਰੀਆਂ ਕਰਨਗੇ ਅੱਗੇ, ਉਹਨਾਂ ਨੂੰ ਜਿਹੜਾ ਹੈ ਸ਼ੂਦਰ ਕਿਹਾ ਜਾਏਗਾ, ਕਿਉਂਕਿ ਉਹ ਤਾਂ ਸਾਰੀ ਨੌਕਰੀ ਕਰਦਾ, ਕਦੇ ਕਿਸੇ ਕੋਲ ਕਦੇ ਕਿਸੇ ਕੋਲ। ਇਹ ਕੰਮਾਂ ਦੀ ਵੰਡ ਸੀ। ਸਮਾਂ ਪਾ ਕੇ ਹਜ਼ਾਰਾਂ ਸਾਲ ਬੀਤਣ ਤੋਂ ਬਾਅਦ ਇਹ ਜਨਮ ਨਾਲ ਚੱਲ ਪਿਆ ਵੀ ਜਿਹੜਾ ਪੰਡਤ ਦੇ ਘਰ ਪੈਦਾ ਹੋਇਆ ਉਹ ਪੰਡਤ ਹੀ ਹੈ, ਚਾਹੇ ਅਨਪੜ੍ਹ ਹੋਵੇ, ਉਹ ਬ੍ਰਾਹਮਣ ਹੀ ਹੈ। ਜੱਟ ਦੇ ਘਰ ਪੈਦਾ ਕੇ ਜੱਟ ਹੈ, ਬਾਣੀ ਦੇ ਘਰ ਪੈਦਾ ਕੇ ਬਾਣੀ ਹੈ, ਉਹ ਉਸ ਤਰ੍ਹਾਂ ਹੋ ਗਿਆ। ਉਸ ਤੋਂ ਬਾਅਦ ਫਿਰ ਵਿਗਾੜ ਸ਼ੁਰੂ ਹੋ ਗਏ। ਇਹ ਐਸੀ ਜਕੜ ਹੈ ਹਿੰਦੁਸਤਾਨ ਦੇ ਵਿੱਚ ਕਿ ਇਸ ਦੇ ਵਿੱਚ ਬਾਹਰ ਨਿਕਲਣੀ ਬੜਾ ਔਖਾ ਹੋ ਗਿਆ। ਇਹ ਤਾਂ ਗੁਰੂਆਂ ਨੇ ਕਿਰਪਾ ਕੀਤੀ ਪੰਜਾਬ 'ਤੇ ਵੀ ਇਹ ਪਕੜ ਥੋੜ੍ਹੀ ਢਿੱਲੀ ਹੈ, ਮੁੱਕੀ ਨਹੀਂ, ਜਾਤ ਪਾਤ ਮੁੱਕੀ ਨਹੀਂ ਪੰਜਾਬ 'ਚ ਵੀ, ਪਰ ਇੰਨਾ ਹੈ ਵੀ ਉਹ ਪਕੜ ਢਿੱਲੀ ਹੋ ਗਈ ਹੈ। ਜਕੜੇ ਹੋਏ ਨਹੀਂ, ਹੁਣ ਥੋੜ੍ਹੀ ਜਿਹੀ ਆਜ਼ਾਦੀ ਮਨੁੱਖ ਮਿਲ ਗਈ ਹੈ ਕਿ ਗੁਰੂ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਸੀ, ਅਤੇ ਫਿਰ ਜਿਹੋ ਜਿਹਾ ਆਪਾਂ ਪੜ੍ਹਦੇ ਰਹਿੰਦੇ ਹਾਂ, ਫਿਰ ਉਹਦਾ ਹੌਲੀ ਹੌਲੀ ਮਨ 'ਤੇ ਅਸਰ ਹੋ ਜਾਂਦਾ ਹੈ। ਕਹਿੰਦੇ ਖਸਮ ਵਿਸਾਰੈ ਤੇ ਕਮਜਾਤ, ਜੋ ਖਸਮ ਨੂੰ ਭੁਲਾਉਂਦੇ ਅਸਰ ਸ਼ੂਦਰ ਤੇ ਉਹ ਨੇ, ਨੀਵੇਂ ਤੇ ਉਹ ਨੇ। ਨਾਨਕ ਨਾਮੈ ਬਾਝ ਸਨਾਤ, ਸਨਾਤ ਦਾ ਮਤਲਬ ਹੀ ਨੀਚ ਜਾਤ ਹੈ। ਜਿਹੜੇ ਨਾਮ ਨਹੀਂ ਜਪਦੇ ਉਹ ਵੀ ਨੀਚ, ਅਤੇ ਜਿਹੜੇ ਰੱਬ ਨੂੰ ਭੁਲਾਉਂਦੇ ਨੇ ਉਹ ਵੀ ਨੀਚ ਕਹਿੰਦੇ। ਸੋ ਨੀਚ ਗੁਰਬਾਣੀ ਅਨੁਸਾਰ ਜਿਹੜੇ ਨਾਮ ਨਹੀਂ ਜਪਦੇ ਉਹ ਨੇ ਅਸਲ 'ਚ ਨੀਚ। ਹੁਣ ਜੇ
ਆ ਭਗਤਾਂ ਨੇ ਨਾਮ ਜਪਿਆ, ਸਾਰੇ ਉਂਝ ਉਸ ਜ਼ਮਾਨੇ ਦੇ ਤਾਂ ਨੀਚ ਹੀ ਸਨ, ਜਿਨ੍ਹਾਂ ਵਿਚਾਰਿਆਂ ਨੂੰ ਕੋਈ ਮੰਦਰ 'ਚ ਨਹੀਂ ਸੀ ਵੜਨ ਦਿੰਦਾ ਹੁੰਦਾ। ਪੜ੍ਹਾਉਣਾ ਤਾਂ ਕਿਤੇ ਰਿਹਾ। ਉਦੋਂ ਪੜ੍ਹਾਈ ਸਾਰੀ ਮੰਦਰਾਂ ਅਤੇ ਮਦਰਸਿਆਂ 'ਚ ਹੁੰਦੀ ਸੀ। ਆ ਹਿੰਦੂ ਮੁਸਲਮਾਨ ਸਕੂਲਾਂ ਨੂੰ ਮਦਰਸਾ ਕਹਿੰਦੇ ਨੇ। ਮੰਦਰਾਂ ਅਤੇ ਮਦਰਸਿਆਂ 'ਚ ਪੜ੍ਹਾਈ ਹੁੰਦੀ ਸੀ ਉਦੋਂ। ਫਿਰ ਮੰਦਰਾਂ 'ਚ ਇਹਨਾਂ ਨੂੰ ਵੜਨ ਹੀ ਨਹੀਂ ਸੀ ਦਿੰਦੇ, ਅਤੇ ਆਪ ਇਸੇ ਪੜ੍ਹਾਉਣਾ ਕਿੰਨੇ ਸੀ? ਕਿੰਨੇ ਸੀ? ਪਰ ਉਹਨਾਂ ਨੇ ਭਜਨ ਬੰਦਗੀ ਕੀਤੀ। ਭਜਨ ਬੰਦਗੀ ਕਰਕੇ ਆਪ ਭਗਤ ਰਵਿਦਾਸ ਜੀ ਨੇ ਬਾਣੀ 'ਚ ਲਿਖਿਆ ਵੀ ਉਹ ਪੰਡਤ ਜਿਹੜੇ ਮੈਨੂੰ ਢੇਡ ਕਹਿੰਦੇ ਸੀ, ਅੱਜ ਉਹੀ ਪੰਡਤ ਮੈਨੂੰ ਜਿਹੜਾ ਹੈ ਨਮਸਕਾਰਾਂ ਕਰ ਡੰਡੌਤ ਕਰਦੇ ਨੇ। ਕਿਸ ਚੀਜ਼ ਨੇ ਡੰਡੌਤ ਕਰਵਾਈ ਵੇ? ਉਹਨਾਂ ਕੋਲ ਨਾਮ ਸੀ। ਨਾਮ 'ਚ ਤਾਕਤ ਹੀ ਇੰਨੀ ਸੀ ਕਿ ਉੱਚੀਆਂ ਜਾਤੀਆਂ ਦੇ ਲੋਕ ਵੀ ਆ ਕੇ ਫਿਰ ਮੱਥੇ ਟੇਕਦੇ ਸਨ। ਜੇ ਇਹਨਾਂ ਕੋਲ ਨਾਮ ਨਾ ਹੁੰਦਾ ਤਾਂ ਪਤਾ ਨਹੀਂ ਕਿੰਨੀ ਦੁਨੀਆ ਹੋਰ ਫਿਰਦੀ ਸੀ, ਕੌਣ ਪੁੱਛਦਾ ਸੀ? ਨਾਮ ਨੇ ਤੁਹਾਡਾ ਆਦਰ ਮਾਣ ਕਰਾਉਣਾ ਹੀ ਕਰਾਉਣਾ ਹੈ, ਅਤੇ ਹਰ ਬੰਦਾ ਚਾਹੁੰਦਾ ਮੇਰਾ ਆਦਰ ਮਾਣ ਹੋਵੇ। ਪਰ ਉਹ ਜੇ ਉਹਨੂੰ ਕਹੋ ਤੂੰ ਨਾਮ ਜਪੀ ਜਾ, ਤੇਰਾ ਆਪੇ ਆਦਰ ਮਾਣ ਸ਼ੁਰੂ ਹੋ ਜਾਏਗਾ ਸਮਾਜ 'ਚ। ਇਹ ਕਰਨ ਨੂੰ ਉਹ ਤਿਆਰ ਨਹੀਂ। ਉਂਝ ਹੋਰ ਪਾਪੜ ਵੇਲੀ ਜਾਏਗਾ, ਬਈ ਵੇਲੀ ਜਾ ਫਿਰ ਲੱਗਾ ਰਿਹਾ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਅੱਗੇ ਕਹਿੰਦੇ ਰਾਗ ਗੁਜਰੀ ਮਹਿਲਾ ਚੌਥਾ। ਰਾਗ ਦਾ ਨਾਮ ਹੈ ਗੁਜਰੀ ਅਤੇ ਚੌਥੇ ਪਾਤਸ਼ਾਹ ਦੀ ਬਾਣੀ ਹੈ। ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ। ਕਿਉਂਕਿ ਗੱਲਬਾਤ ਸਿੱਧੀ ਹੋ ਰਹੀ ਹੈ, ਇਸ ਲਈ ਕਿਉਂਕਿ ਸਿੱਧੀ ਗੱਲਬਾਤ ਹੋ ਰਹੀ ਹੈ, ਇਸ ਲਈ ਮੈਂ ਦੀ ਭਾਵਨਾ ਵੀ ਮੈਂ ਬੇਨਤੀ ਕਰਦਾ ਹਾਂ। ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ। ਗੁਰੂ ਮਹਾਰਾਜ ਨੂੰ ਕਹੇ ਹਰ ਕੇ ਜਨ ਸਤਿਗੁਰ ਸਤਿਪੁਰਖਾ। ਹੇ ਹਰੀ ਦੇ ਭਗਤ, ਹੇ ਸਤਿਗੁਰੂ, ਹੇ ਸਤਿਪੁਰਖ, ਬਿਨੋ ਕਰੋ ਗੁਰ ਪਾਸ। ਹੇ ਗੁਰੂ ਮਹਾਰਾਜ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ। ਕੀ ਬੇਨਤੀ ਕਰਦਾ? ਹਮ ਕੀਰੇ ਕਿਰਮ। ਕੀਰੇ ਮੈਨੇ ਕੀੜੇ, ਕਿਰਮ ਹੁੰਦੇ ਜਿਹੜੇ ਬੜੇ ਬਰੀਕ ਕੀੜੇ ਹੁੰਦੇ ਨੇ। ਹਾਂਜੀ, ਭਾਵ ਨਿਮਾਣੇ ਨਿਤਾਣੇ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ। ਅਸੀਂ ਤਾਂ ਨਿਮਾਣੇ ਨਿਤਾਣੇ ਹਾਂ। ਹੇ ਸਤਿਗੁਰੂ, ਅਸੀਂ ਤੁਹਾਡੀ ਸ਼ਰਨ 'ਚ ਆ ਗਏ ਹਾਂ। ਕਰ ਦਇਆ ਨਾਮ ਪ੍ਰਗਾਸ। ਸਾਡੇ 'ਤੇ ਦਇਆ ਕਰੋ, ਸਾਡੇ ਅੰਦਰ ਨਾਮ ਦਾ ਪ੍ਰਕਾਸ਼ ਕਰ ਦਿਓ। ਕਿਉਂਕਿ ਜਿਵੇਂ ਆ ਟਿਊਬਾਂ ਬਲਬਾਂ ਦਾ ਬਾਹਰ ਪ੍ਰਕਾਸ਼ ਹੈ ਨਾ, ਨਾਮ ਦਾ ਅੰਦਰ ਪ੍ਰਕਾਸ਼ ਹੁੰਦਾ ਹੈ। ਪ੍ਰਕਾਸ਼ ਦੇ ਵਿੱਚ ਹੀ ਠੀਕ ਦਿਸਦਾ ਹੈ, ਹਨੇਰੇ 'ਚ ਨਹੀਂ ਠੀਕ ਦਿਸਦਾ ਹੈ। ਇੱਕ ਬਾਹਰੀ ਗਿਆਨ ਹੁੰਦਾ ਹੈ ਜਿਹੜਾ ਅਸੀਂ ਕਿਤਾਬਾਂ ਰਾਹੀਂ ਪੜ੍ਹਦੇ, ਇਹ ਬਾਹਰੀ ਗਿਆਨ। ਇੱਕ ਅੰਦਰਲਾ ਗਿਆਨ ਹੈ ਜਿਹਨੂੰ ਬ੍ਰਹਮ ਗਿਆਨ ਕਹਿੰਦੇ ਨੇ, ਉਹ ਪ੍ਰਕਾਸ਼ ਹੁੰਦਾ ਹੈ। ਸੋ ਕਹਿੰਦੇ ਮੇਰੇ 'ਤੇ ਦਇਆ ਕਰੋ, ਮੇਰੇ 'ਤੇ ਨਾਮ ਦਾ ਪ੍ਰਕਾਸ਼ ਕਰੋ, ਭਾਵ ਮੈਨੂੰ ਨਾਮ ਦੀ ਦਾਤ ਬਖਸ਼ੋ। ਕਿਉਂਕਿ ਮੰਗਾਂ ਨੇ ਮੰਗ ਹਰ ਕਰਿਆ, ਮੰਗ ਹਰ ਕਰਿਆ ਹੈ। ਮੰਗ 'ਚ ਫਰਕ ਹੈ। ਛੋਟਾ ਬੱਚਾ ਕਾਰ ਮੰਗਦਾ ਹੈ, ਉਹ ਇੱਕ ਖਿਡੌਣਾ ਹੈ, ਉਹ ਉਸੇ ਨੂੰ ਅਸਲੀ ਕਾਰ ਸਮਝ ਕੇ ਖੁਸ਼ ਭਜਾਈ ਜਾਂਦਾ। ਜਦੋਂ ਵੱਡਾ ਹੋ ਜਾਏ ਅਤੇ ਉਹ ਮੈਨੂੰ ਕਹੇ ਡੈਡੀ ਮੈਨੂੰ ਕਾਰ ਲੈ ਦਿਓ, ਅਤੇ ਤੁਸੀਂ ਉਹ 100 ਰੁਪਏ ਦੀ ਖਰੀਦ ਕੇ ਉਹਨੂੰ ਦੇ ਦਿਓ, ਕਦੇ ਨਹੀਂ ਲੈ। ਕਹਿੰਦੇ ਇਹ ਵੀ ਕੁਛ ਹੈ। ਕਿਉਂ? ਮੰਗ ਕਾਰ ਦੀ ਹੀ ਹੈ। ਛੋਟੇ ਅੰਦਰ 100-200 ਦੀ ਕਾਰ ਨਾਲ ਸਰ ਗਿਆ ਹੈ। ਜਦ ਥੋੜ੍ਹਾ ਵੱਡਾ ਹੋਇਆ ਫਿਰ ਸੋਝੀ ਆਈ ਹੈ। ਮੰਗ ਕਾਰ ਦੀ ਹੀ ਹੈ, ਪਰ ਹੁਣ ਅਸਲੀ ਕਾਰ ਦੀ ਮੰਗ ਹੈ। ਛੋਟਿਆਂ ਦੇ ਗੁੱਡੀਆਂ ਪਟੋਲਿਆਂ ਨਾਲ ਬੱਚੇ ਖੇਡਦੇ ਨੇ, ਵੱਡੇ ਹੋ ਕੇ ਸੱਚੀ ਮੁੱਚੀ ਦੀ ਗੁੱਡੀਆਂ ਪਟੋਲੇ ਮਿਲ ਜਾਂਦੇ ਨੇ। ਕਿਉਂ? ਗਿਆਨ ਵੱਧ ਗਿਆ ਨਾ। ਇਸੇ ਤਰ੍ਹਾਂ ਹੀ ਕੋਈ ਕੁਝ ਮੰਗ ਰਿਹਾ, ਕੋਈ ਕੁਝ ਮੰਗ ਰਿਹਾ। ਜਿਉਂ ਮੰਗਤਾ ਸਿਆਣਾ ਹੋ ਜਾਵੇਗਾ, ਜਦੋਂ ਮੰਗਤਾ ਕੋਈ ਪੂਰਾ ਸਿਆਣਾ ਹੋਵੇ, ਉਹਨੂੰ ਪਤਾ ਹੁੰਦਾ ਵੀ ਉਹ
ਮੈਂ ਐਵੇਂ ਹੀ ਚੀਜ਼ਾਂ ਮੰਗੀ ਗਿਆ, ਇੱਕ ਮੰਗਦਾ ਦੂਜੀ ਫਿਰ ਖੜੀ ਹੋ ਜਾਂਦੀ ਹੈ, ਦੂਜੀ ਪੂਰੀ ਹੁੰਦੀ ਹੈ, ਤੀਜੀ ਹੋ ਜਾਂਦੀ ਹੈ। ਕਿਉਂ ਨਾ ਮੈਂ ਜਿਸ ਤੋਂ ਮੰਗ ਰਿਹਾ ਦਾਤੇ ਤੋਂ, ਮੈਂ ਦਾਤੇ ਨੂੰ ਹੀ ਮੰਗ ਲਾਂ ਵੀ ਮੈਨੂੰ ਤਾਂ ਤੂੰ ਚਾਹੀਦਾ। ਪਹਿਲਾਂ ਕਹਿੰਦਾ ਮੈਨੂੰ ਕੋਠੀ ਚਾਹੀਦੀ ਹੈ ਜੀ, ਚਲੋ ਕੋਠੀ, ਮੈਨੂੰ ਜੀ ਮੇਰਾ ਵਿਆਹ ਹੋ ਜਾਏ ਜੀ, ਆਉਂਦੇ ਮੇਰੇ ਕੋਲ ਵਿਆਹ ਹੋ ਜਾਏ, ਅਜੇ ਇਹੀ ਮੰਗ ਹੈ। ਫਿਰ ਵਿਆਹ ਹੋ ਗਿਆ ਜੀ, ਬੱਚਾ ਹੋ ਜਾਏ ਜੀ, ਉਹ ਕੁੜੀ ਹੋ ਗਈ ਜੀ, ਪੁੱਤਰ ਹੋ ਜਾਏ ਜੀ। ਇਹ ਮੰਗਾਂ ਨੇ, ਅਜੇ ਹੀ ਮੰਗਾਂ ਨੇ। ਜਦੋਂ ਅਸੀਂ ਵਧੀਆ ਮੰਗਤੇ ਹੋ ਗਏ, ਫਿਰ ਮੰਗਾਂਗੇ ਹੇ ਪਰਮਾਤਮਾ ਤੂੰ ਹੀ ਮਿਲ। ਵੀ ਦਾਤਾ ਹੀ ਜਦੋਂ ਆ ਗਿਆ, ਦਾਤਾਂ ਤਾਂ ਆਪਣੇ ਆਪ ਹੀ ਆ ਜਾਣੀਆਂ ਹਨ, ਉਹ ਤਾਂ ਆਪਣੇ ਆਪ ਹੀ ਆ ਜਾਣੀਆਂ। ਇੱਕ ਗਰੀਬ ਦੇ ਘਰ ਲੜਕੀ ਪੈਦਾ ਹੋ ਗਈ ਹੈ, ਉਹ ਕਹਿੰਦਾ ਵੀ ਜਿਹਨੇ ਮਰਜ਼ੀ ਅਡੋਪਟ ਕਰਨੀ ਕਰ ਲਓ। ਜਿਹੜੇ ਬਹੁਤੇ ਵੀਰ ਹੁੰਦੇ ਉਹਨਾਂ ਦੇ ਘਰ ਬੱਚੇ ਨਹੀਂ ਹੁੰਦੇ, ਇਹ ਖਿਆਲ ਰੱਖਣਾ। ਇਕਨੋਮਿਕਸ ਹੋਰ ਗੱਲ ਕਹਿੰਦੀ ਹੈ, ਧਰਮ ਹੋਰ ਕਹਿੰਦਾ ਹੈ। ਪ੍ਰੋਫੈਸਰ ਨਾਲ ਮੇਰੇ ਵਿਚਾਰ ਵਟਾਂਦਰਾ ਹੋਇਆ ਸੀ ਜਿਵੇਂ ਪੜ੍ਹਦਾ ਸੀ। ਉਹ ਕਹਿੰਦੇ ਗਰੀਬਾਂ ਦੇ ਬੱਚੇ ਜ਼ਿਆਦਾ ਹੁੰਦੇ ਨੇ। ਮੈਂ ਜੀ ਦੱਸ ਸਕਦੇ ਕਿਉਂ ਹੁੰਦੇ ਨੇ, ਕਿਉਂ ਹੁੰਦੇ ਨੇ? ਇਹ ਤਾਂ ਮੈਨੂੰ ਵੀ ਪਤਾ ਗਰੀਬਾਂ ਦੇ ਜ਼ਿਆਦਾ ਹੁੰਦੇ ਨੇ। ਕਿਉਂ ਹੁੰਦੇ ਨੇ? ਮੈਂ ਦੇਖੋ, ਅਮੀਰ ਦੇ ਘਰ ਪੈਦਾ ਹੋਣ ਲਈ ਪਿੱਛੇ ਬਹੁਤ ਵਧੀਆ ਕਰਮ ਕੀਤੇ ਹੋਣ ਤਾਂ ਅਮੀਰ ਦੇ ਘਰ ਬੰਦਾ ਪੈਦਾ ਹੁੰਦਾ। ਕੀਤੇ ਚੱਜ ਦੇ ਕੰਮ ਕੋਈ ਨਹੀਂ ਹੁੰਦੇ, ਇਸ ਲਈ ਰੱਬ ਕਹੇ ਚੱਲ ਗਰੀਬ ਦੇ ਜਾ, ਜਾਂ ਧੱਕੇ ਜੇ ਖਾਈ ਜਾ ਸਾਰੀ ਉਮਰ। ਹੁਣ ਬਹੁਤ ਪਿੱਛੇ ਪੁੰਨਦਾਨ ਕੀਤਾ ਹੋਇਆ, ਹੁਣ ਕਰੋੜਾਂਪਤੀ ਮਾਂ ਪਿਓ ਚਾਹੀਦੇ ਨੇ। ਉਹ ਫਿਰ ਜਦ ਪੁੰਨਦਾਨ ਕਰਨ ਵਾਲੇ ਵੱਡਾ ਪੁੰਨਦਾਨ ਕਰਨ ਵਾਲੇ ਹੀ ਥੋੜ੍ਹੇ ਹੁੰਦੇ ਨੇ, ਅਤੇ ਉਹ ਫਿਰ ਕਿਤੇ ਕਿਤੇ ਘਰ ਜਨਮ ਲੈਣ। ਅਰਬਾਂ ਪਤੀਆਂ ਦੇ ਘਰ ਜਨਮ ਲੈਣਾ, ਕਰੋੜਾਂ ਪਤੀ ਘਰ ਜਨਮ ਲੈਣਾ, ਅਤੇ ਉਹੀ ਲੈਂਦੇ ਨੇ ਜਿਹੜੇ ਬੜੀ ਤਗੜੀ ਕਿਸਮਤ ਵਾਲੇ ਨੇ, ਉਹ ਲੈਂਦੇ ਜਨਮ। ਉਹ ਘੱਟ ਹੁੰਦੇ ਨੇ, ਇਸ ਲਈ ਇਹਨਾਂ ਦੇ ਬੱਚੇ ਘੱਟ ਹੁੰਦੇ ਨੇ। ਅਤੇ ਭਾਈ ਜੇ ਕੋਈ ਬਹੁਤ ਹੀ ਜ਼ਬਰਦਸਤ ਬੰਦਾ ਹੈ ਵੀ ਅਰਬਾਂ ਖਰਬਾਂ ਪਤੀ, ਉਹਦੇ ਘਰ ਪੈਦਾ ਹੋਣਾ, ਤਾਂ ਕਈ ਵਾਰੀ ਪਿਛਲੇ ਕਿਸੇ ਬੱਚੇ ਦੇ ਏਡੇ ਜ਼ਬਰਦਸਤ ਕਰਮ ਹੀ ਨਹੀਂ ਹੁੰਦੇ ਕਿ ਉਹਨਾਂ ਨਾਲ ਉਹਦਾ ਸੰਯੋਗ ਬਣ ਸਕੇ, ਇਸ ਲਈ ਉਹਨਾਂ ਦੇ ਹੁੰਦੇ ਹੀ ਕੋਈ ਨਹੀਂ, ਹੁੰਦੇ ਹੀ ਨਹੀਂ। ਮੈਂ ਇਹ ਧਰਮ ਇਹ ਕਹਿੰਦਾ ਹੈ, ਉਹਨਾਂ ਦੇ ਇਸ ਲਈ ਨਹੀਂ ਹੁੰਦਾ ਹੈ। ਹੁਣ ਜਿਸ ਮਾਂ ਨੇ ਕਹਿੰਦੇ ਗੁਰੂ ਨੂੰ ਜਨਮ ਦੇਣਾ, ਫਿਰ ਉਹ ਮਾਂ ਵੀ ਤਾਂ ਪਤਾ ਨਹੀਂ ਕਿੰਨੀ ਕਮਾਈ ਵਾਲੀ ਹੋਣੀ ਚਾਹੀਦੀ ਤਾਂ ਜਾ ਕੇ ਹੋਏਗਾ ਨਾ ਜੀ, ਐਵੇਂ ਥੋੜ੍ਹਾ ਹੁੰਦਾ। ਸੋ ਇਸ ਲਈ ਜਿਹੜਾ ਬੰਦਾ ਨਾਮ ਜਪਦਾ ਅਤੇ ਆਪਣੀ ਕਿਰਤ 'ਚੋਂ ਕੁਝ ਦਾਨ ਕਰਦਾ ਹੈ ਲੋੜਵੰਦਾਂ ਨੂੰ, ਉਹਨੂੰ ਜਿਹੜਾ ਅਗਲਾ ਜੀਵਨ ਮਿਲੇਗਾ ਉਹ ਤਾਂ ਇਹ ਕਲਾਸ ਜੀਵਨ ਮਿਲੇਗਾ। ਅਮੀਰ ਵੀ ਹੋਵੇਗਾ, ਸੁਖੀ ਵੀ ਹੋਏਗਾ, ਕਿਉਂਕਿ ਨਾਮ ਜਪਦਾ ਰਿਹਾ, ਸੁਖੀ ਵੀ ਹੋਏਗਾ। ਦਾਨ ਪੁੰਨ ਕਰਦਾ ਅਮੀਰ ਵੀ ਹੋਵੇਗਾ। ਕਈ ਲੋਕ ਅਮੀਰ ਨੇ ਪਰ ਸੁਖੀ ਨਹੀਂ ਹੈਗੇ, ਉਹਨਾਂ ਪਿਛਲੇ ਜਨਮ 'ਚ ਦਾਨ ਤੇ ਕੀਤਾ, ਨਾਮ ਨਾ ਜਪਿਆ, ਦਾਨ ਕਰਕੇ ਅਮੀਰ ਪੈਦਾ ਹੋ ਗਿਆ, ਨਾਮ ਨਹੀਂ ਜਪਿਆ, ਦੁਖੀ ਹੈ। ਕਈ ਨਾਮ ਤੇ ਜਪਦੇ ਨੇ ਪਰ ਉਹ ਗਰੀਬ ਦੇ ਘਰ ਪੈਦਾ ਹੋ ਜਾਂਦੇ ਨੇ। ਉਹਨਾਂ ਨੂੰ ਫਿਰ ਅਮੀਰ ਹੋਣ ਲਈ ਕਾਫੀ ਜ਼ੋਰ ਲਾਉਣਾ ਪੈਂਦਾ, ਕਿਉਂਕਿ ਜਿਹੜਾ ਨਾਮ ਜਪਦੇ ਰਹੇ, ਕਈ ਵਾਰ ਦਾਨ ਪੁੰਨ ਕੋਈ ਕੀਤਾ ਨਹੀਂ ਹੈਗਾ। ਸੁਖੀ ਤੇ ਹਨ, ਭਾਵੇਂ ਗਰੀਬ ਦੇ ਘਰ ਪੈਦਾ, ਸੁਖੀ ਤਾਂ ਹੋਣਗੇ ਪਰ ਅਮੀਰ ਨਹੀਂ ਹੋਣਗੇ। ਅਗਰ ਅਸੀਂ ਚਾਹੁੰਦੇ ਅਸੀਂ ਅਮੀਰ ਵੀ ਹੋਈਏ ਅਤੇ ਸੁਖੀ ਵੀ ਹੋਈਏ, ਫਿਰ ਦੋਨੋਂ ਕੰਮ ਕਰਨੇ ਪੈਣਗੇ। ਪੁੰਨ ਦਾਨ ਵੀ ਕਰਨਾ ਪਵੇਗਾ, ਨਾਮ ਵੀ ਜਪਣਾ ਪਵੇਗਾ। ਅਤੇ ਜਿਹੜਾ ਪੁੰਨ ਦਾਨ ਕਰਦਾ, ਪਰਮਾਤਮਾ ਉਹਦੇ ਉਂਝ ਕਮਾਈ 'ਚ ਬਰਕਤ ਪਾ ਦਿੰਦਾ ਹੈ। ਅਤੇ ਜੇ ਅਸੀਂ ਨਹੀਂ ਪੁੰਨ ਦਾਨ ਕਰਦੇ, ਉਹ ਫਿਰ ਕਹਿੰਦਾ ਚੰਗਾ, ਕਦੇ ਐਕਸੀਡੈਂਟ ਕਰਾਤਾ, ਕਦੇ ਕਰਦੇ ਕਿਸੇ ਚੀਜ਼ ਨੂੰ ਬਿਮਾਰ ਕਰਤਾ, ਕਦੇ ਕਿਸੇ ਨੇ ਜੇਬ ਕੱਟ ਲਈ, ਕਦੇ ਕਿਸੇ ਨੂੰ ਕੁਛ ਕਰਤਾ, ਕਦੇ ਪੁਲਿਸ ਵਾਲਾ ਵਾਹ ਪੈ ਗਿਆ, ਉਹਨਾਂ ਨੂੰ ਕਈ ਹਜ਼ਾਰ ਦੇਣਾ ਪੈ ਗਿਆ ਹੈ। ਸੋ ਇਸ ਤਰ੍ਹਾਂ ਉਹ ਲੱਗ ਲੁੱਗ ਜਾਂਦੇ ਸਾਰੇ। ਇਸ ਲਈ ਤਾਂ ਗੁਰੂ ਮਹਾਰਾਜ 3 ਸਿਧਾਂਤ ਦਿੱਤੇ ਸਨ। ਕਿਰਤ ਕਰੋ, ਮਾਇਆ ਕਮਾਓ, ਫਿਰ ਕਿ ਨਾਮ ਜਪੋ, ਸੁਖੀ ਹੋਵੋ, ਨਾਲ ਕਿ ਵੰਡ ਛਕੋ, ਵੰਡ ਛਕੋ, ਤਾਂ ਜਾ ਕੇ ਗੱਲ ਬਣੇਗੀ ਕੋਈ। ਸੋ ਗੁਰੂ ਮਹਾਰਾਜ ਕਹਿੰਦੇ, ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ। ਹੈ ਮੇਰੇ ਮਿੱਤਰ ਗੁਰਦੇਵ, ਮੇਰੇ ਅੰਦਰ ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਕਰ ਦੇ। ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ।
ਗੁਰਮਤਿ ਨਾਮ ਗੁਰੂ ਦਾ ਦਿੱਤਾ ਹੋਇਆ ਨਾਮ, ਆਪਣੀ ਮਰਜ਼ੀ ਨੇ ਕੋਈ ਨਾਮ ਨਹੀਂ ਰੱਖਿਆ। ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਗੁਰੂ ਦਾ ਦਿੱਤਾ ਨਾਮ ਮੇਰੇ ਪ੍ਰਾਣਾਂ ਦਾ ਸਹਾਈ ਹੈ। ਸਖਾਈ ਸਖਾ ਹੁੰਦਾ, ਮਿੱਤਰ ਹੁੰਦਾ, ਸਾਥੀ ਹੁੰਦਾ। ਗੁਰੂ ਦਾ ਦਿੱਤਾ ਜਿਹੜਾ ਨਾਮ ਹੈ ਇਹ ਮੇਰੇ ਪ੍ਰਾਣਾਂ ਦਾ ਸਾਥੀ ਹੈ। ਹਰ ਕੀਰਤ ਹਮਰੀ ਰਹਿ ਰਾਸ, ਅਤੇ ਪਰਮਾਤਮਾ ਜਿਹੜੀ ਸਿਫਤ ਸਲਾਹ ਹੈ ਇਹ ਸਾਡੀ ਰਹਿ ਰਾਸ ਹੈ। ਰਹਿ ਰਾਸ ਦੇ 2-3 ਅਰਥ ਨੇ। ਇੱਕ ਤਾਂ ਹੈ ਵੀ ਮਰਨ ਤੋਂ ਬਾਅਦ ਧਰਮਰਾਜ ਦੇ ਜਾਣ ਤੱਕ ਜਿਹੜੀ ਪੂੰਜੀ ਚਾਹੀਦੀ ਹੈ ਉਹਨੂੰ, ਉਸ ਪੂੰਜੀ ਨੂੰ ਕਹਿੰਦੇ ਰਹਿ ਰਾਸ। ਦੂਜਾ ਰਹਿ ਰਾਸ ਨਮਸਕਾਰ ਨੂੰ ਕਹਿੰਦੇ ਨੇ, ਵੀ ਮੇਰੇ ਜੀ ਮਹਾਂਪੁਰਖਾਂ ਨੂੰ ਰਹਿ ਰਸ ਬੁਲਾ ਦਿਓ, ਨਮਸਕਾਰ ਕਰ ਦਿਓ। ਇੱਥੇ ਹੈਗਾ ਹਰ ਕੀਰਤ ਹਮਰੀ ਰਹਿ ਰਾਸ, ਹਰੀ ਦੀ ਸਿਫਤ ਸਲਾਹ ਹੀ ਸਾਡੀ ਪੂੰਜੀ ਹੈ। ਅਸਲੀ ਸਾਡਾ ਧਨ ਹੈ ਪਰਮਾਤਮਾ ਦੀ ਸਿਫਤ ਸਲਾਹ ਕਰਨਾ ਅਤੇ ਨਾਮ ਜਪਣਾ। ਇਹ ਮੇਰੇ ਪ੍ਰਾਣਾਂ ਦਾ ਸਾਥੀ ਹੈ। ਮੈਂ ਜਿੱਥੇ ਵੀ ਜਾਵਾਂਗਾ ਪਰਮਾਤਮਾ ਨਾਮ ਮੇਰੇ ਨਾਲ ਜਾਏਗਾ, ਉਹੀ ਸਾਥੀ ਹੁੰਦਾ। ਅਸਲ ਇਹ ਫਰੈਂਡ ਇਨ ਨੀਡ ਇਜ਼ ਏ ਫਰੈਂਡ ਇਨ ਡੀਡ। ਅਸਲ ਮਿੱਤਰ ਕੌਣ ਹੈ? ਜਿਹੜਾ ਲੋੜ ਵੇਲੇ ਕੰਮ ਆਵੇ। ਮਰਨ ਤੱਕ ਤੇ ਹੋ ਸਕਦਾ ਕੋਈ ਨਾ ਕੋਈ ਦੋਸਤ ਤੁਰ ਤੱਕ ਨਿਭਾ ਜਾਵੇ, ਪਰ ਉਹ ਤਾਂ ਜਿੰਨਾ ਚਿਰ ਅਸੀਂ ਜਿਉਂਦੇ ਉੱਥੋਂ ਤੱਕ ਹੀ ਹੈ। ਪਰਮਾਤਮਾ ਦਾ ਨਾਮ ਤੇ ਮਰਨ ਤੋਂ ਬਾਅਦ ਵੀ ਸਾਡੇ ਨਾਲ ਜਾਣਾ, ਸਾਡੀ ਸਹਾਇਤਾ ਕਰਨੀ। ਇਹ ਅਸਲ ਦੋਸਤ ਪਰਮਾਤਮਾ ਦਾ ਨਾਮ ਹੈ। ਨਾਮ ਜਪੀ ਜਾਓ, ਆਪੇ ਹੀ ਪਰਮਾਤਮਾ ਨੇ ਤੁਹਾਡੀ ਸਹਾਇਤਾ ਲਈ ਬੰਦੇ ਭੇਜ ਦੇਣੇ ਨੇ। ਨਾਮ ਜਪੀ ਜਾਓ, ਆਪੇ ਭੇਜ ਦੇਣੇ, ਕਿਉਂਕਿ ਸਬੱਬ ਤੇ ਉਸ ਨੇ ਬਣਾਉਣਾ ਹੁੰਦਾ। ਪਰਮਾਤਮਾ ਸਬੱਬ ਬਣਾਉਂਦਾ ਹੈ। ਆਪਣੇ ਆਪਣੀ ਕੋਈ ਚੀਜ਼ ਸਿੱਧੀ ਦਿਆ ਕਰਦਾ ਪਰਮਾਤਮਾ, ਉਹ ਫਿਰ ਸਬੱਬ ਬਣਾਉਂਦਾ। ਹਰ ਜਨ ਕੇ ਵਡਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸੈਂ, ਮਿਰ ਸੰਗਤ ਗੁਣ ਪ੍ਰਗਾਸ। ਹਰ ਜਨ ਕੇ ਵਡਭਾਗ ਵਡੇਰੇ, ਜਿਹੜੇ ਪਰਮਾਤਮਾ ਦੇ ਜਨ ਹਨ, ਸੇਵਕ ਹਨ, ਭਗਤ ਹਨ, ਉਹ ਵੱਡੇ ਭਾਗਾਂ ਵਾਲੇ ਨੇ। ਕਿਉਂ ਵੱਡੇ ਭਾਗਾਂ ਵਾਲੇ ਨੇ? ਜਿਨ ਹਰ ਹਰ ਸ਼ਰਧਾ ਹਰ ਪਿਆਸ, ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਪ੍ਰਤੀ ਸ਼ਰਧਾ ਹੈ ਅਤੇ ਪਰਮਾਤਮਾ ਨੂੰ ਮਿਲਣ ਦੀ ਪਿਆਸ ਭਾਵ ਤਮੰਨਾ ਹੈ। ਕਿਉਂਕਿ ਉਹਨਾਂ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਮੰਨਾ ਹੁੰਦੀ ਹੈ, ਪਰਮਾਤਮਾ 'ਚ ਉਹਨਾਂ ਦੀ ਸ਼ਰਧਾ ਹੁੰਦੀ ਹੈ, ਇਸ ਲਈ ਉਹ ਵੱਡੇ ਭਾਗਾਂ ਵਾਲੇ ਹਨ। ਜਦੋਂ ਆਪਣੀ ਵੀ ਤਮੰਨਾ ਪਰਮਾਤਮਾ ਮਿਲਣ ਦੀ ਹੋ ਜਾਏਗੀ ਨਾ, ਹੋ ਜਾਵਾਂਗੇ ਵੱਡੇ ਭਾਗਾਂ ਵਾਲੇ। ਅਜੇ ਤਾਂ ਸਾਨੂੰ ਸੰਸਾਰਿਕ ਚੀਜ਼ਾਂ ਹੀ ਚਾਹੀਦੀਆਂ, ਰੱਬ ਤਾਂ ਜੇ ਚਾਹੀਦਾ ਹੀ ਨਹੀਂ ਹੈ। ਮੈਂ ਦੇਖਿਆ ਰੱਬ ਦਾ ਕਿਸੇ ਕਰੋੜ ਬੰਦੇ ਨੂੰ ਇੱਕ ਦਿਨ ਚਾਹੀਦਾ ਹੁੰਦਾ, ਬਾਕੀ ਤਾਂ ਆਪਣੇ ਸੰਸਾਰਿਕ ਕੰਮ ਧੰਦੇ ਲਈ ਚਾਹੀਦਾ ਹੁੰਦਾ। ਇਸ ਲਈ ਮੈਂ ਕਈ ਵਾਰੀ ਕਹਿਣਾ ਹੁੰਦਾ, ਮੈਂ ਭਾਈ ਜਿੰਨਾ ਚਿਰ ਤਾਂ ਤੁਹਾਨੂੰ ਸੰਸਾਰਿਕ ਚੀਜ਼ਾਂ ਚਾਹੀਦੀਆਂ, ਤੁਸੀਂ ਅੰਮ੍ਰਿਤ ਛਕੋ ਚਾਹੇ ਨਾ ਛਕੋ, ਤੁਸੀਂ ਬਾਣੀ ਪੜ੍ਹਦੇ ਰਹੋ, ਤੁਹਾਡੇ ਸੰਸਾਰ ਕੰਮ ਹੁੰਦੇ ਰਹਿਣਗੇ। ਹਾਂ, ਜਦੋਂ ਕਦੇ ਤੁਹਾਡੀ ਇੱਛਾ ਆਵੇ ਮੈਂ ਪਰਮਾਤਮਾ ਨੂੰ ਮਿਲਣਾ ਹੈ, ਫਿਰ ਤੁਹਾਨੂੰ ਜਿਹੜਾ ਹੈ ਗੁਰੂ ਵਾਲੇ ਹੋਣਾ ਪਵੇਗਾ, ਕਿਉਂਕਿ ਨਿਗੁਰੇ ਨੂੰ ਪਰਮਾਤਮਾ ਨਹੀਂ ਮਿਲਦਾ। ਹਾਂ, ਜੇ ਤੁਸੀਂ ਆਪਣੇ ਸੰਸਾਰਿਕ ਕੰਮਾਂ ਤੱਕ ਰਹਿਣਾ, ਵੀ ਮੇਰੇ ਪੁੱਤਰ ਹੋ ਜਾਏ, ਮੇਰਾ ਵਿਆਹ ਹੋ ਜਾਏ, ਮੇਰਾ ਵਪਾਰ ਹੋ ਜਾਏ, ਮੇਰੀ ਪੜ੍ਹਾਈ ਹੋ ਜਾਏ, ਮੈਨੂੰ ਨੌਕਰੀ ਮਿਲ ਜਾਏ, ਮੇਰੀ ਪ੍ਰਮੋਸ਼ਨ ਹੈ, ਇਹੋ ਜਿਹੀਆਂ ਚੀਜ਼ਾਂ ਚਾਹੀਦੀਆਂ, ਫਿਰ ਆਪਣਾ ਬਾਣੀ ਪੜ੍ਹੀ ਜਾਓ। ਇਸੇ ਨਹੀਂ ਤੁਹਾਡੇ ਸਾਰੇ ਕਰਦੇ ਨੇ। ਗੁਰੂ ਵਾਲੇ ਹੋਣ ਦੀ ਉਦੋਂ ਲੋੜ ਹੈ ਜਦੋਂ ਤੁਸੀਂ ਰੱਬ ਨੂੰ ਪ੍ਰਾਪਤ ਕਰਨਾ। ਫਿਰ ਜਿਹੜਾ ਹੈ ਉਹ ਸਾਰੇ ਸੰਸਾਰ ਦਾ ਵਿਧਾਨ ਹੈ ਵੀ ਨਿਗੁਰੇ ਨੂੰ ਪਰਮਾਤਮਾ ਨਹੀਂ ਮਿਲਦਾ। ਉਹ ਕਹਿੰਦਾ ਮੈਂ ਤਾਂ ਗੁਰੂ ਰਾਹੀਂ ਤੁਹਾਨੂੰ ਮਿਲਣਾ। ਧਰਮ ਚਾਹੇ ਕੋਈ ਹੋਵੇ, ਹਰ ਧਰਮ ਦੇ ਜਿਸ ਨੂੰ ਵੀ ਪਰਮਾਤਮਾ ਨੂੰ ਮਿਲਣਾ ਉਹਨੂੰ ਗੁਰੂ ਵਾਲੇ ਹੋਣਾ ਪੈਂਦਾ ਹੈ। ਖੈਰ, ਇਸ ਲਈ ਉਨਾ ਚਿਰ ਜਿੰਨਾ ਚਿਰ ਮਨ ਨਹੀਂ ਬਣਦਾ, ਆਪਣਾ ਭਜਨ ਬੰਦਗੀ ਕਰਦੇ ਰਹੋ, ਪਾਠ ਕਰਦੇ ਰਹੋ। ਇਹ ਬਾਣੀ ਤੋਂ ਤੁਹਾਨੂੰ ਸਭ ਕੁਛ ਮਿਲ ਜਾਏਗਾ। ਨਾਲੇ ਬਾਣੀ ਨੇ ਹੌਲੀ ਹੌਲੀ ਸੋਝੀ ਦੇ ਦੇ ਕੇ ਤੁਹਾਡਾ ਮਨ ਹੀ ਤਿਆਰ ਕਰ ਦੇਣਾ, ਤੁਹਾਡਾ ਮਨ ਤਿਆਰ ਕਰ ਦੇਣਾ। ਉਂਝ ਜੇ ਮਨ ਨਾ ਮੰਨੇ ਫਿਰ ਨਹੀਂ ਛਕਣਾ ਚਾਹੀਦਾ, ਕਿਉਂ ਫਿਰ ਕਈ ਵਾਰੀ ਚੀਜ਼ ਰਹਿੰਦੀ ਨਹੀਂ ਹੈਗੀ। ਬੰਦਾ ਕਿਸੇ ਚੀਜ਼ ਨੂੰ ਉਦੋਂ ਹੀ ਰੱਖ ਸਕਦਾ ਹੈ ਜਦੋਂ ਉਹਦਾ ਮਨ ਮੰਨਦਾ ਹੋਵੇ। ਹਾਂ, ਸੁਣੇ ਸੁਣਾਏ ਜੋਸ਼ 'ਚ ਆ ਕੇ ਨਹੀਂ ਕੁਛ ਕਰਨਾ ਚਾਹੀਦਾ।
ਹੁਣ ਜੇ 5 ਦਿਨਾਂ ਦੇ ਦੀਵਾਨ ਹੁੰਦੇ ਸਨ, ਚੌਥਾ ਜਿਹੜਾ ਦੀਵਾਨ ਹੁੰਦਾ ਸੀ ਸਾਰਾ ਇਹੀ ਹੁੰਦਾ ਸੀ, ਗੁਰੂ ਵਾਲੇ ਹੋਵੋ। ਉਹ ਕਥਾਵਾਂ ਸੁਣਾ ਕੇ ਜੋਸ਼ ਭਰ ਦਿੰਦੇ ਸੀ। ਲਿਖਾਓ ਆਪਣੇ ਨਾਮ ਸਟੇਜ ਸੈਕਟਰੀ ਨੂੰ, ਸਵੇਰੇ ਫਿਰ ਅੰਮ੍ਰਿਤ ਛਕਾਉਣਾ, ਫਿਰ ਮੇਰੇ ਕੋਲ ਆ ਕੇ ਨਾਮ ਲਿਖਾਉਂਦੇ ਸਨ। ਕਿਉਂਕਿ ਉਹ ਤਿਆਰ ਕਰਨ ਦੇ ਮਾਨਸਿਕ ਤੌਰ 'ਤੇ ਹਨ ਜੀ। ਪਰ ਜਿਹੜਾ ਟੈਂਪਰੇਰੀਲੀ ਤਿਆਰ ਹੋਣਾ ਹੁੰਦਾ, ਮੈਂ ਦੇਖਿਆ ਉਹ ਨਹੀਂ ਗੱਲ ਬਣਦੀ ਹੈਗੀ। ਜਦੋਂ ਕਾਫੀ ਦੇਰ ਦਾ ਮਨ ਤਿਆਰ ਹੋਵੇ ਫੇਰ ਕਰਨਾ ਚਾਹੀਦਾ। ਪਹਿਲਾਂ ਸਿੱਖੀ ਸਰੂਪ 'ਚ ਆਓ, ਉਸ ਤਰ੍ਹਾਂ ਦਾ ਰਹਿਣਾ ਸਿੱਖੋ, ਆਪਣੇ ਗੁਣ ਅੰਦਰ ਪੈਦਾ ਕਰੋ ਖਾਲਸੇ ਵਾਲੇ। ਜਦੋਂ ਉਸ ਤਰ੍ਹਾਂ ਦੀ ਆਦਤ ਬਣ ਜਾਏਗੀ ਫਿਰ ਉਹ ਕਰੋ। ਮੰਨ ਲਓ ਮੈਂ ਦਾੜ੍ਹੀ ਕੱਢਦਾ ਹੁਣ ਅਤੇ ਮੈਂ ਅੰਮ੍ਰਿਤ ਛਕ ਲਿਆ ਇੱਕਦਮ ਜੋਸ਼ 'ਚ ਆ ਕੇ, ਮਗਰ ਜਦ ਦਾੜ੍ਹੀ ਜਿਹੜਾ ਕੱਟਦਾ ਨਾ, ਫਿਰ ਉਹਦੀ ਦਾੜ੍ਹੀ ਭਾਰੀ ਆਉਂਦੀ ਹੈ। ਉਹਦੀ ਦਾੜ੍ਹੀ ਕਾਫੀ ਭਾਰੀ, ਲੰਬੀ ਅਤੇ ਭਾਰੀ ਹੋ ਜਾਂਦੀ ਹੈ। ਫਿਰ ਉਹਨੂੰ ਹੋਰ ਤਰ੍ਹਾਂ ਲੱਗਦਾ ਵੀ ਆਹ ਕੀ ਯਾਰ ਹੈ, ਹੁਣ ਨਹੀਂ ਮੈਂ ਸੋਹਣਾ ਲੱਗਦਾ ਸ਼ੀਸ਼ੇ ਅੱਗੇ। ਉਹ ਫਿਰ ਕਟਾ ਦਿੰਦਾ, ਫਿਰ ਉਹ ਉਸ ਤਰ੍ਹਾਂ ਹੋ ਜਾਂਦਾ। ਜੋ ਪਹਿਲਾਂ ਹੀ 1-2 ਸਾਲ ਸਿੱਖੀ ਸਰੂਪ 'ਚ ਆ ਜਾਵੇ, ਉਹਨੂੰ ਪਤਾ ਲੱਗ ਜੇ ਰਹਿਣ ਦਾ ਵੀ ਇਸ ਤਰ੍ਹਾਂ ਮੇਰਾ ਰਹਿਣਾ ਸਹਿਣਾ ਆਹ ਮੇਰਾ ਹੋਊ, ਫਿਰ ਉਹ ਠੀਕ ਰਹਿੰਦਾ ਹੈ। ਇਸ ਲਈ ਕਿਸੇ ਗੱਲ 'ਚ ਕਾਹਲ ਨਹੀਂ ਕਰੀਦੀ ਹੁੰਦੀ। ਬਾਣੀ ਪੜ੍ਹਦੇ ਰਹੋ, ਜਦੋਂ ਮਨ ਮੰਨ ਜਾਏਗਾ ਫਿਰ ਬਸ ਹੋ ਜਾਏਗਾ। ਅਤੇ ਨਾਲ ਉਹਦੇ ਪਰਮਾਤਮਾ ਨੇ ਤੁਹਾਨੂੰ ਛਕਾਉਣਾ, ਜਿਹਨਾਂ ਨੂੰ ਛਕਾਉਣਾ ਉਹਨਾਂ ਦਾ ਮਨ ਉਹਨੇ ਤਿਆਰ ਕਰ ਦੇਣਾ ਹੈ। ਸੋ ਗੁਰੂ ਮਹਾਰਾਜ ਕਹਿੰਦੇ, ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਹਨਾਂ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਉਹ ਤ੍ਰਿਪਤ ਹੋ ਜਾਂਦੇ ਨੇ, ਉਹ ਰੱਜ ਜਾਂਦੇ ਨੇ, ਉਹ ਮਾਨਸਿਕ ਤੌਰ 'ਤੇ ਰੱਜ ਜਾਂਦੇ। ਸਰੀਰਕ ਤੌਰ 'ਤੇ ਰੱਜਣਾ ਕੋਈ ਔਖਾ ਨਹੀਂ। ਗਰੀਬ ਬੰਦਾ ਵੀ ਹੈ, ਉਹ ਸਰੀਰਕ ਤੌਰ 'ਤੇ ਤਾਂ ਰੱਜ ਜਾਂਦਾ ਹੈ। ਥੋੜ੍ਹੀ ਜਿਹੀ ਕਮਾਈ ਨਾਲ ਵੀ ਅਸੀਂ ਸਰੀਰਕ ਤੌਰ 'ਤੇ ਰੱਜ ਜਾਂਦੇ। ਇਹ ਮਨ ਜਿਹੜਾ ਹੈ ਇਹ ਨਹੀਂ ਰੱਜਦਾ। ਮੈਂ ਦੇਖਿਆ ਜਿੰਨੀ ਵੱਧ ਅਮੀਰ ਹੁੰਦਾ ਜਾਏਗਾ ਬੰਦਾ, ਉਹਨੇ ਜ਼ਿਆਦਾ ਭੁੱਖਾ ਹੁੰਦਾ ਜਾਏਗਾ। ਉਹਨੂੰ ਜਿਹੜਾ ਗਰੀਬ ਹੈ ਸੋਚਦੇ ਮੇਰੇ ਕੋਲ ਲੱਖ ਹੋਵੇ ਨਾ, ਬਸ ਆਹ ਆਨੰਦ ਹੀ ਆਨੰਦ ਹੈ। ਮੈਂ ਐਵੇਂ ਤੈਨੂੰ ਭੁਲੇਖੇ, ਜੇ ਲੱਖ ਹੁੰਦਾ ਫਿਰ ਚੀਜ਼ਾਂ ਖਰੀਦ ਲੈਂਦਾ, ਉਹ ਮੁੱਕ ਜਾਂਦੇ ਨੇ, ਭੁੱਖੇ ਤਾਂ ਭੁੱਖਾ। ਫਿਰ ਕਰੋੜ ਹੋਵੇ ਨਾ ਤਾਂ ਉਹ ਜਦ ਕਰੋੜ ਹੁੰਦਾ ਫਿਰ ਕੋਠੀ ਪਾ ਲੈਂਦਾ ਹੈ, ਬਾਕੀ ਕਾਰ ਖਰੀਦਦਾ, ਮੁੱਕ ਗਏ ਬਸ, ਉਹ ਵੀ ਥੋੜ੍ਹੇ। ਇਹ ਬੰਦਾ ਨਹੀਂ ਰੱਜਦਾ, ਮਾਨਸਿਕ ਤੌਰ 'ਤੇ ਬੰਦਾ ਕਦੇ ਨਹੀਂ ਰੱਜਦਾ। ਉਹ ਤਾਂ ਸਿਰਫ ਪਰਮਾਤਮਾ ਦਾ ਨਾਮ ਜਪੀ ਜਾਂਦਾ, ਜਪੀ ਜਾਂਦਾ, ਜਪੀ ਜਾਂਦੀ। ਇੱਕ ਐਸੀ ਅਵਸਥਾ ਆ ਜਾਂਦੀ ਹੈ ਜਿਸ 'ਤੇ ਜਾ ਕੇ ਸਾਡਾ ਮਨ ਰੱਜ ਜਾਂਦਾ ਅਤੇ ਆਪਣੇ ਆਪ ਕਹਿੰਦਾ ਦਾਤੇ ਦਾ ਦਿੱਤਾ ਬਹੁਤ ਹੈ। ਉਂਝ ਨਹੀਂ ਲੋਕ ਵਿਖਾਵੇ ਲਈ ਵੀ ਹਾਂ ਜੀ ਬਾਬਾ ਜੀ ਕੀ ਨਹੀਂ ਜੀ ਦਾਦਾ ਦਿੱਤਾ ਬਹੁਤ ਹੈ, ਅਤੇ ਕਹੀਏ ਨਹੀਂ ਯਾਰ ਉਹਨੂੰ ਫਲਾਣੇ ਤੋਂ ਜ਼ਿਆਦਾ ਦਿੱਤਾ, ਮੈਨੂੰ ਥੋੜ੍ਹਾ ਦਿੱਤਾ। ਲੋਕ ਵਿਖਾਵੇ, ਮਨ ਕਹਿੰਦਾ ਫਿਰ ਅੰਦਰੋਂ ਵੀ ਦਾਤੇ ਦਾ ਦਿੱਤਾ ਬਹੁਤ ਹੈ। ਬਸ ਸਮਝੋ ਅੱਜ ਤੁਸੀਂ ਰੱਜ ਗਏ ਹੋ, ਅੱਜ ਤੋਂ ਬਾਅਦ ਤੁਸੀਂ ਸੁਖੀ ਰਹੋਗੇ। ਜੇ ਘੱਟ ਦਿੱਤਾ ਤੁਸੀਂ ਦੁਖੀ ਹੀ ਰਹਿਣਾ ਹੈ, ਭਾਵੇਂ ਕਰੋੜਾਂ ਰੁਪਈਏ ਕਿਉਂ ਨਾ ਹੋਣ। ਹੁਣ ਮੰਨ ਲਓ ਇੱਕ ਬੰਦਾ ਸਾਰੇ ਸੰਸਾਰ ਸਭ ਤੋਂ ਵੱਧ ਅਮੀਰ ਹੈ, ਅਖਬਾਰਾਂ ਛਪ ਗਿਆ ਇਹ ਸਭ ਤੋਂ ਵੱਧ ਅਮੀਰ ਹੈ, ਉਹਨੂੰ ਵੀ ਚਿੰਤਾ ਹੈ। ਤੁਸੀਂ ਉਹਨੂੰ ਕਾਹਦੀ ਚਿੰਤਾ ਹੈ ਵੀ ਇਹ ਜਿਹੜਾ ਦੂਜੇ ਨੰਬਰ 'ਤੇ ਹੈ ਨਾ, ਇਹ ਨਾ ਕਿਤੇ ਅਗਲੇ ਸਾਲ ਮੇਰੇ ਤੋਂ ਅੱਗੇ ਹੋ ਜਾਏ, ਬਸ ਉਹਨੂੰ ਆਹ ਚਿੰਤਾ ਹੈ। ਜਿਹੜਾ ਦੂਜੇ ਨੰਬਰ 'ਤੇ ਹੈ ਤਾਂ ਬਹੁਤ ਅਮੀਰ, ਉਹਨੂੰ ਇਹ ਵੀ ਹਾਏ ਹੋਏ ਮੈਂ ਇਹਦੇ ਬਰਾਬਰ ਆਵਾਂ। ਬਰਾਬਰ ਆ ਕੇ ਫਿਰ ਕਹਿੰਦਾ ਹਾਏ ਹੋਏ ਮੈਂ ਇਸ ਤੋਂ ਅੱਗੇ ਹੀ ਲੰਘਾਂ, ਬਸ ਇਹ ਚੱਲੀ ਜਾਊਗਾ। ਬੰਦਾ ਕਦੇ ਸੰਤੁਸ਼ਟ ਨਹੀਂ ਹੁੰਦਾ। ਸਿਰਫ ਉਹੀ ਸੰਤੁਸ਼ਟ ਨੇ ਜਿਹੜਾ ਨਾਮ ਦੀ ਬਹੁਤ ਉੱਚੀ ਅਵਸਥਾ ਚਲੇ ਗਿਆ ਹੈ, ਉਹ ਫਿਰ ਸੰਤੁਸ਼ਟ ਹੀ ਸੰਤੁਸ਼ਟ ਹੈ। ਜੇ ਭਗਤ ਰਵਿਦਾਸ ਜੀ ਸੰਤੁਸ਼ਟ ਸਨ ਅਤੇ ਤਾਂ ਹੀ ਉਹ ਮੋਹਰਾਂ ਚੱਕ ਚੱਕ ਕੇ ਆਲੇ 'ਚ ਰੱਖੀ ਗਏ, ਨਹੀਂ ਵਰਤੀਆਂ, ਨਹੀਂ ਵਰਤੀਆਂ, ਸੰਤੁਸ਼ਟ ਸਨ। ਪਰਮਾਤਮਾ ਸਾਧੂ ਦਾ ਰੂਪ ਧਰ ਕੇ ਪਾਰਸ ਦੇ ਗਿਆ ਹੈ ਵੀ ਲੈ ਲੋਹੇ ਨੂੰ ਛੋ, ਇਹ ਸੋਨਾ ਹੋ ਜੂਗਾ। ਉਹਨੇ ਨਹੀਂ ਛੋਇਆ, ਸੰਤੁਸ਼ਟ ਸਨ ਵੀ ਮੈਂ ਤਾਂ ਝੌਂਪੜੀ ਠੀਕ ਹੈ ਬਸ। ਨਹੀਂ ਤਾਂ ਜਦੋਂ ਮੈਂ ਛੋਟੇ ਹੁੰਦੇ ਪੜ੍ਹਿਆ ਮੈਂ ਜੇ ਮੈਂ ਹੁੰਦਾ ਮੈਂ ਤਾਂ ਲੈ ਕੇ ਲਿਓ ਜੀ ਲਿਓ, ਹੁਣੇ ਹੀ ਕਰਦਾ ਸੋਨਾ ਬਣਾਉਣੇ ਸਭ ਕਾਸੇ ਨੂੰ। ਪਰ ਫਿਰ ਮੈਨੂੰ ਜਿਹੜੀ 9ਵੀਂ 'ਚ ਮੈਂ ਕਹਾਣੀ ਪੜ੍ਹੀ ਸੀ ਮਿਦਾਸ, ਇੰਗਲਿਸ਼ ਕਹਾਣੀ ਸੀ ਮਿਦਾਸ। ਇੱਕ ਬੰਦਾ ਦੇਵਤੇ ਅੱਗੇ ਤਰਲੇ ਕੱਢਦਾ ਰਹਿੰਦਾ, ਕੱਢਦਾ ਰਹਿੰਦਾ, ਕੱਢਦਾ ਰਹਿੰਦਾ। ਦੇਵਤਾ ਪ੍ਰਗਟ ਹੋ ਗਿਆ, ਕਹਿੰਦਾ ਬੋਲ ਕੀ ਚਾਹੁੰਦਾ ਹੈ? ਕਹਿੰਦਾ ਮੈਂ ਜਿਸ ਚੀਜ਼ ਨੂੰ ਹੱਥ ਲਾਵਾਂ ਸੋਨੇ ਦੀ ਹੋ ਜਾਏ। ਕਹਿੰਦਾ ਸੋਚ ਲੈ। ਕਹਿੰਦਾ ਮੈਂ ਸੋਚ ਰੱਖਿਆ ਜੀ।
ਇੰਨੇ ਸਾਲਾਂ ਤੋਂ ਮੈਂ ਤੁਹਾਡੇ ਅੱਗੇ ਤਰਲੇ ਕੱਢਦਾ ਰਿਹਾ। ਉਹ ਕਹਿੰਦਾ ਤਥਾਸਤੂ, ਐਸੇ ਹੀ ਹੋਏਗਾ। ਬੜਾ ਖੁਸ਼ ਹੈ ਜੀ। ਕੰਧ ਤੇ ਹੱਥ ਲੈ ਸੋਨੇ ਦੀ ਹੋ ਗਈ, ਫਲਾਣੀ ਚੀਜ਼ ਤੇ ਹੱਥ ਲੈ ਸੋਨੇ ਦੀ ਹੋ ਗਈ, ਆਸ ਤੇ ਹੱਥ ਲੈ ਸੋਨੇ ਦੀ ਹੋ ਗਈ, ਇਸ ਤੇ ਹੱਥ ਲੈ ਸੋਨੇ ਦੀ ਹੋ ਗਈ। ਬੜਾ ਖੁਸ਼ ਹੈ। ਕੁੜੀ ਮਿਲਣ ਆਈ, ਕੁੜੀ ਨੇ ਜੱਫੀ ਪਾਈ, ਉਹ ਸੋਨੇ ਦੀ ਹੋ ਗਈ। ਜੋ ਘਰ ਵਾਲੇ ਪਤਾ ਲੱਗੇ ਤਾਂ ਹੱਥ ਲੈ ਸੁਣਦੇ, ਉਹ ਤਾਂ ਦੂਰ ਰਹਿ ਗਈ। ਉਹ ਦੂਰ ਕਿਤੇ ਮੈਂ ਵੀ ਬੁੱਤ ਨਾ ਬਣਾਦਾ। ਹੁਣ ਭੁੱਖ ਲੱਗ ਗਈ ਇੰਨੀ ਚਿਰ ਨੂੰ, ਘਰ ਰੋਟੀ ਲਿਆ ਕੇ ਜੇ ਤਾਂ ਹੱਥ ਰੋਟੀ ਉਹ ਸੋਨੇ ਦੀ ਹੋ ਗਈ, ਪਾਣੀ ਹੱਥ ਉਹ ਵੀ ਸੋਨੇ ਦਾ ਹੋ ਗਿਆ, ਸਬਜ਼ੀ ਨੂੰ ਹੱਥ ਲੈ ਉਹ ਵੀ ਸੋਨੇ ਦਾ ਹੋ ਗਿਆ। ਹੁਣ ਰੋਂਦਾ ਤੇ ਤਰਲੇ ਕੱਢਦਾ ਵੀ ਹੇ ਦੇਵਤਾ, ਇਹ ਵਰ ਵਾਪਸ ਲੈ ਲਾ। ਤਰਲੇ ਕੱਢੀ ਗਿਆ, ਕੱਢੀ ਗਿਆ, ਕੱਢੀ ਗਿਆ, ਅਖੀਰ ਨੂੰ ਆਤਮ ਹੱਤਿਆ ਕਰਕੇ ਮਰਿਆ। ਇਸ ਲਈ ਉਹਦੇ ਬਾਅਦ ਮੈਂ ਫਿਰ ਕੁਛ ਮੰਗਣਾ ਹੀ ਬੰਦ ਕਰਤਾ। ਮੈਂ ਤਾਂ ਮਿਦਾਸ ਵਾਲੇ ਹਾਲ ਹੋ ਜਾਣਾ, ਕਿਆ ਫਾਇਦਾ ਹੈ, ਜਿੰਨਾ ਹੈ ਉਨਾ ਹੀ ਬਹੁਤ ਹੈ। ਮੈਂ ਉਹਨੇ ਕੀ ਖੱਟ ਲਿਆ। ਇੰਨੀ ਭਜਨ ਬੰਦਗੀ ਕਰਕੇ ਇੱਕ ਵਰ ਲਿਆ। ਮੈਂ ਜਾਣੇ ਤੂੰ 10-15 ਸਾਲ ਲਾ ਕੇ ਕੋਈ ਇਹੋ ਜਿਹਾ ਬੇਵਕੂਫ ਵਾਲਾ ਵਰ ਲੈ ਲਏਗਾ, ਫਿਰ ਸਾਰੀ ਉਮਰ ਪਛਤਾਈ ਜਾਏਗਾ, ਕੋਈ ਫਾਇਦਾ ਨਹੀਂ। ਆਪਣਾ ਭਜਨ ਬੰਦਗੀ ਕਰਦਾ ਰਹਿ, ਜੋ ਦਾਤੇ ਨੇ ਦੇਣਾ ਆਪੇ ਦੇ ਦੇਊਗਾ। ਉਹ ਮੈਨੂੰ ਅਜੇ ਤੱਕ ਵੀ 9ਵੀਂ ਦੀ ਯਾਦ ਹੈ। ਮੈਂ ਯਾਰ ਹਾਂ ਭਾਈ, ਬੜੀ ਕਿੰਨੀ ਟਰੈਜਿਕ ਕਹਾਣੀ ਵੀ। ਹਾਂ ਫਿਰ ਤਰਲੇ ਕੱਢਦਾ, ਉਹ ਦੇ ਤਾਂ ਕਹਿੰਦਾ ਨਹੀਂ ਹੁਣ ਵਾਪਸ ਨਹੀਂ ਵਾਰ ਹੋ ਸਕਦਾ। ਹੁਣ ਜੋ ਵਾਰ ਸ਼ਰਾਬ ਦੇਤਾ ਜਾਂਦਾ ਕਿਤੇ ਵਾਪਸ ਨਹੀਂ ਹੋਇਆ ਕਰਦਾ। ਬਸ ਹੋ ਗਿਆ, ਅਖੀਰ ਨੂੰ ਆਤਮ ਹੱਤਿਆ ਕਰਕੇ ਮਰਿਆ ਫਿਰ। ਸੋ ਇਸ ਲਈ ਸਭ ਤੋਂ ਵੱਡੀ ਦਾਤ ਹੈ ਪਰਮਾਤਮਾ ਦਾ ਨਾਮ ਜਿਹੜਾ ਹੈ, ਇਹ ਅਸਲ ਸਭ ਤੋਂ ਵੱਡੀ ਦਾਤ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਹਰ ਹਰ ਜਿਨ ਹਰ ਹਰ ਹਾਂ ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਹਰੀ ਦਾ ਨਾਮ ਜਦੋਂ ਮਿਲਦਾ ਹੈ ਮਨੁੱਖ ਤ੍ਰਿਪਤ ਹੋ ਜਾਂਦਾ, ਮਾਨਸਿਕ ਤੌਰ 'ਤੇ ਰੱਜ ਜਾਂਦਾ ਹੈ। ਅਤੇ ਜਦੋਂ ਸਤ ਸੰਗਤ ਮਿਲਦੀ ਹੈ ਤਾਂ ਗੁਣਾਂ ਦਾ ਪ੍ਰਕਾਸ਼ ਹੋ ਜਾਂਦਾ ਹੈ, ਕਿਉਂਕਿ ਜਿਹੋ ਜਿਹੀ ਸੰਗਤ ਹੋਏਗੀ ਉਹੋ ਜਿਹੀ ਰੰਗਤ ਹੋਏਗੀ। ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ, ਉਹਦੀ ਸੰਗਤ ਤੋਂ ਪਤਾ ਲੱਗਦਾ। ਤੁਸੀਂ ਆਪਣੇ ਬੱਚੇ, ਲੜਕੀ ਹੈ ਲੜਕਾ ਹੈ, ਉਹਦੀ ਕੌਣ ਸਹੇਲੀਆਂ ਨੇ, ਕੌਣ ਦੋਸਤ ਨੇ, ਇਹ ਤੁਹਾਨੂੰ ਬੜਾ ਖਿਆਲ ਰੱਖਣਾ ਪੈਣਾ। ਉਹਨਾਂ ਦੀ ਬੈਕਗਰਾਊਂਡ ਜਾਣਨਾ ਪੈਣੀ ਹੈ ਕਿ ਜਿਹੜੇ ਲੜਕਾ ਜਾਂ ਲੜਕੀ ਵੇ ਦੋਸਤ ਬਣੇ ਹੋਏ ਹੈ, ਇਹ ਕਿਹੋ ਜਿਹਾ ਪਰਿਵਾਰ ਹੈ, ਇਹ ਬੱਚੇ ਕਿਹੋ ਜਿਹੀਆਂ ਆਦਤਾਂ ਨੇ। ਹੋ ਸਕਦਾ ਉਹ ਨਸ਼ਈ ਹੋਵੇ ਅਤੇ ਤੁਹਾਡਾ ਬੱਚਾ ਉਹਦੀ ਸੰਗਤ ਕਰਦੇ, ਤੁਹਾਡੇ ਬੱਚੇ ਨੇ ਨਸ਼ਈ ਹੋ ਜਾਣਾ ਹੈ। ਇਸ ਲਈ ਖਿਆਲ ਰੱਖਣਾ ਪੈਂਦਾ ਬੱਚੇ ਦਾ ਵੀ ਇਹਦੇ ਦੋਸਤ ਕੌਣ ਬਣੇ, ਇਹਦੀਆਂ ਸਹੇਲੀਆਂ ਕੌਣ ਬਣੀਆਂ ਨੇ, ਹਾਂ ਉਹ ਕਿਹੋ ਜਿਹੀਆਂ ਨੇ। ਜਿਹੋ ਜਿਹੀ ਉਹ ਹੋਣਗੇ ਉਹ ਤੁਹਾਡਾ ਬੱਚਾ ਹੋਏਗਾ, ਕੁਦਰਤੀ ਗੱਲ ਹੈ। ਤਾਂ ਸਿੱਖ ਨੂੰ ਗੁਰੂ ਬਣ ਕੇ ਤੂੰ ਸਤ ਸੰਗਤ ਕਰ, ਤੂੰ ਗੁਰੂ ਦੀ ਸੰਗਤ ਕਰ। ਅਤੇ ਗੁਰੂ ਤੋਂ ਤੁਹਾਨੂੰ ਬਾਣੀ ਸਾਡਾ ਗੁਰੂ, ਇਸ ਤੋਂ ਸਾਨੂੰ ਕੀ ਔਗਣ ਮਿਲਣਾ, ਗੁਣ ਹੀ ਗੁਣ ਮਿਲਣੇ ਨੇ। ਸਰੀਰ ਦਾ ਤਾਂ ਫਿਰ ਵੀ ਨਹੀਂ ਪਤਾ ਹੁੰਦਾ। ਤੁਸੀਂ ਮੇਰੀ ਸੰਗਤ ਕਰਦੇ ਹੋ, ਮੰਨ ਲਓ ਮੇਰੇ 'ਚ 100 ਨੁਕਸ ਹੋ ਸਕਦਾ ਹੈ, ਇਸ ਲਈ ਮੈਂ ਕਿਸੇ ਨੂੰ ਨਹੀਂ ਕਹਿੰਦਾ ਤੁਸੀਂ ਮੇਰੀ ਸੰਗਤ ਕਰੋ, ਮੈਂ ਕਹਿੰਦਾ ਗੁਰੂ ਦੀ ਕਰੋ ਭਾਈ। ਬਾਣੀ ਹੈ, ਇਹ ਕਿਹੜਾ ਸਰੀਰ ਹੈ। ਸਰੀਰ ਦੇ ਵਿੱਚ ਕੋਈ ਨੁਕਸ ਲੁਕਮਾ ਵੀ ਹੋ ਸਕਦਾ ਹੈ, ਅਤੇ ਤੁਸੀਂ ਜਦੋਂ ਸੰਗਤ ਕਰਦੇ ਰਹੇ ਇੱਕ ਤਾਂ ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਤਾਂ ਬੰਦਾ ਹੀ ਵਧੀਆ ਨਹੀਂ ਹੈ, ਇਹ ਕਥਾ ਤਾਂ ਵਧੀਆ ਕਰਦੇ, ਬੰਦਾ ਵਧੀਆ ਨਹੀਂ ਹੈਗਾ, ਛੱਡ ਜਾਓ ਇਹਨੂੰ। ਅਤੇ ਜੇ ਫਿਰ ਵੀ ਤੁਸੀਂ ਲੱਗੇ ਰਹੇ ਤਾਂ ਜੋ ਮੇਰੇ ਅੰਦਰ ਲੁਕਵਾ ਨੁਕਸ ਹੈ ਉਹ ਤੁਹਾਡੇ 'ਚ ਪੈਦਾ ਹੋ ਜਾਏਗਾ। ਤੁਸੀਂ ਕੀ ਖੱਟਿਆ ਫਿਰ, ਤੁਸੀਂ ਕੀ ਖੱਟਿਆ। ਜਿੰਨਾ ਚਿਰ ਬੰਦਾ ਮਰ ਨਹੀਂ ਜਾਂਦਾ ਉਸ ਤੋਂ ਕੋਈ ਵੀ ਗਲਤੀ ਹੋ ਸਕਦੀ ਹੈ, ਜਾਂ ਤਾਂ ਬ੍ਰਹਮ ਗਿਆਨੀ ਹੋਵੇ, ਫਿਰ ਤਾਂ ਗੱਲ ਖਤਮ। ਸਾਡੀ ਗੁੱਡ ਲੱਕ ਹੈ ਕਿ ਸਾਡੇ ਸਾਰੇ ਦੇ ਸਾਰੇ ਗੁਰੂ ਬ੍ਰਹਮ ਗਿਆਨੀ ਸਨ, ਇਸ ਲਈ ਉਹਨਾਂ ਦੇ ਕੋਈ ਊਜ ਹੀ ਨਹੀਂ ਲੱਗੀ ਹੈਗੀ। ਜਿਹੜੇ ਬ੍ਰਹਮ ਗਿਆਨੀ ਅਜੇ ਨਹੀਂ ਬਣੇ ਅਤੇ ਆਪਣੇ ਆਪ ਨੂੰ ਸੰਤ ਮਹਾਤਮਾ ਕਹਿਣ ਅਤੇ ਕਹਾਉਣ ਲੱਗ ਜਾਂਦੇ ਹਨ, ਉਹ ਕਦੇ ਵੀ ਗੜਬੜ ਹੋ ਸਕਦੀ ਹੈ। ਮਰਨ ਤੋਂ ਪਹਿਲਾਂ ਕੁਝ ਵੀ ਹੋ ਸਕਦਾ ਬੰਦੇ ਦਾ। ਸਿਆਣੇ ਕਹਿੰਦੇ ਨੇ ਮਨ ਹੈ ਨਾ ਡੋਲੇ ਲੱਖ 'ਤੇ ਨਾ ਡੋਲੇ, ਡੋਲ ਜੇ ਇੱਕ ਅੱਖ 'ਤੇ ਵੀ ਡੋਲ ਸਕਦਾ ਹੈ।
ਪਰ ਜਦੋਂ ਬ੍ਰਹਮ ਗਿਆਨ ਹੋ ਜਾਂਦਾ ਉਦੋਂ ਆਪਣੇ ਅੰਦਰ ਮੈਂ ਆਪਾ ਭਾਵ ਖਤਮ ਹੋ ਜਾਂਦਾ, ਆਪਣੇ ਵਿਚਾਰ ਹੀ ਖਤਮ ਹੋ ਗਏ ਨੇ, ਆਪਣਾ ਵਿਚਾਰ ਹੀ ਕੋਈ ਨਹੀਂ ਰਿਹਾ। ਇਸ ਲਈ ਸਾਰਾ ਰੱਬੀ ਹੋ ਜਾਂਦਾ ਅਸੂਲ, ਸਾਰੇ ਮਨੁੱਖ ਦੇ ਅਸੂਲ ਰੱਬੀ ਅਸੂਲ ਹੋ ਜਾਂਦੇ ਨੇ। ਇਸ ਲਈ ਕੋਈ ਗਲਤੀ ਹੋਣ ਦੀ ਸੰਭਾਵਨਾ ਹੀ ਨਹੀਂ ਹੁੰਦੀ। ਤਾਂ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਹੇ ਪਰਮਾਤਮਾ, ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਵੀ ਜਦੋਂ ਜਿਹੜਾ ਹਰੀ ਦਾ ਨਾਮ ਮਿਲਦਾ ਹੈ, ਮਨੁੱਖ ਮਾਨਸਿਕ ਤੌਰ 'ਤੇ ਰੱਜ ਜਾਂਦਾ ਹੈ ਅਤੇ ਉਹਦੇ ਅੰਦਰ ਗੁਣਾਂ ਦਾ ਪ੍ਰਕਾਸ਼ ਹੋ ਜਾਂਦਾ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।